ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 17 ਅਕਤੂਬਰ ਹੈ, ਦਿਨ ਐਤਵਾਰ ਹੈ। ਅੱਜ ਦੇ ਦਿਨ ਦੀਆਂ ਸਾਰੀਆਂ ਵੱਡੀਆਂ ਤੇ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ ਵਿਸਥਾਰ ਤੋਂ ਪਹਿਲਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਅੱਜ ਮੇਰਾ ਘਰ ਮੇਰੇ ਨਾਮ ਸਕੀਮ ਦੀ ਸ਼ੁਰੂਆਤ ਕੀਤੀ ਜਾਏਗੀ। ਦੀਨਾਨਗਰ ਦੇ ਵਿੱਚ ਸਵੇਰੇ 10:30 ਵਜੇ ਇਸ ਸਕੀਮ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਕਈ ਪੀੜ੍ਹੀਆਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਲਾਲ ਡੋਰੇ ਅੰਦਰ ਰਹਿ ਰਹੇ ਹਰ ਵਰਗ ਦੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ। ਸਿੰਘੂ ਬਾਰਡਰ ਕਤਲकांड ਦੇ ਵਿੱਚ ਮੁਲਜ਼ਮ ਸਰਬਜੀਤ ਸਿੰਘ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਕਤਲ ਦੇ ਮਾਮਲੇ ਦੇ ਵਿੱਚ ਇੱਕ ਹੋਰ ਨਿਹੰਗ ਨਾਰਾਇਣ ਸਿੰਘ ਨੇ ਗ੍ਰਿਫਤਾਰੀ ਦੇ ਦਿੱਤੀ ਤੇ ਉਸ ਤੋਂ ਬਾਅਦ ਦੇਰ ਰਾਤ ਕੁੰਡਲੀ ਬਾਰਡਰ ਤੇ ਵੀ 2 ਹੋਰ ਨਿਹੰਗ ਸਿੰਘਾਂ ਭਗਵੰਤ ਸਿੰਘ ਅਤੇ ਗੋਬਿੰਦ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ। ਇਸ ਮਾਮਲੇ ਦੇ ਵਿੱਚ 4 ਨਿਹੰਗ ਸਿੰਘਾਂ ਨੇ ਸਰੈਂਡਰ ਕੀਤਾ ਹੈ ਅਤੇ ਕੁੱਲ ਗ੍ਰਿਫਤਾਰੀਆਂ 4 ਹੋ ਚੁੱਕੀਆਂ ਨੇ। ਤੇ ਲੰਘੀ ਰਾਤ ਬੇਅਦਬੀ ਮਾਮਲੇ ਦੇ ਮੁਲਜ਼ਮ ਲਖਬੀਰ ਸਿੰਘ ਜੋ ਇਸ ਕਤਲकांड ਦੇ ਵਿੱਚ ਮਾਰਿਆ ਗਿਆ ਹੈ, ਉਸ ਦਾ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਦੇ ਕੁਝ ਲੋਕਾਂ ਨੇ ਲਖਬੀਰ ਸਿੰਘ ਦੇ ਪਿੰਡ ਵਿੱਚ ਅੰਤਿਮ ਸੰਸਕਾਰ ਦਾ ਵਿਰੋਧ ਕੀਤਾ ਸੀ, ਪਰ ਉਸ ਤੋਂ ਬਾਅਦ ਸਮਝੌਤਾ ਹੋ ਗਿਆ ਸੀ। ਪਰ ਫਿਰ ਉਹਨਾਂ ਲੋਕਾਂ ਨੇ ਕਿਹਾ ਸੀ, ਜਿਹੜੇ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ ਕਿਹਾ ਸੀ ਕਿ ਸਿੱਖ ਰਵਾਇਤਾਂ ਦੇ ਮੁਤਾਬਿਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ ਤੇ ਅਜਿਹਾ ਹੀ ਹੋਇਆ। ਬਿਨਾਂ ਕਿਸੇ ਸਿੱਖ ਰਵਾਇਤ ਤੇ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਵਾਸੀ ਨਾਰਾਜ਼ ਨੇ ਕਿ ਉਸਨੇ ਚਾਹੇ ਪੈਸੇ ਦੇ ਲਾਲਚ ਵਿੱਚ ਚਾਹੇ ਨਸ਼ੇ ਦੇ ਵਿੱਚ ਬੇਅਦਬੀ ਕੀਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਅਤੇ ਇਹ ਕਲੰਕ ਅਸੀਂ ਆਪਣੇ ਸਿਰ ਤੇ ਨਹੀਂ ਲਵਾਉਣਾ ਚਾਹੁੰਦੇ। ਪਿੰਡ ਵਾਸੀਆਂ ਦਾ ਇਹ ਕਹਿਣਾ ਸੀ। ਕਿਸਾਨ ਮੋਰਚੇ ਦੇ ਵੱਲੋਂ ਹੁਣ ਸਿੰਘੂ ਬਾਰਡਰ ਦੀ ਸੁਰੱਖਿਆ ਸਖਤ ਕਰਨ ਦਾ ਫੈਸਲਾ ਲਿਆ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਧਰਨੇ ਵਾਲੀਆਂ ਥਾਵਾਂ ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ, CCTV ਕੈਮਰੇ ਵਧਾਏ ਜਾਣਗੇ, ਹੋਰ ਵਾਲੰਟੀਅਰ ਤੈਨਾਤ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਤੇ ਇਸ ਘਟਨਾ ਦਾ ਕੋਈ ਅਸਰ ਨਹੀਂ ਪਵੇਗਾ। ਕਿਸਾਨ ਮੋਰਚੇ ਦੇ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਕਿ ਅੰਦੋਲਨ ਦੇ ਵਿੱਚ ਹਾਜ਼ਰੀ ਭਰ ਰਹੇ ਨਿੱਜੀ ਲੋਕ ਜਾਂ ਫਿਰ ਗਰੁੱਪ ਜੋ ਮੋਰਚੇ ਦੀਆਂ ਨੀਤੀਆਂ ਤੋਂ ਵੱਖ ਵਿਚਾਰਧਾਰਾ ਰੱਖਦੇ ਨੇ, ਉਹਨਾਂ ਨੂੰ ਧਰਨੇ ਵਾਲੀਆਂ ਥਾਵਾਂ ਖਾਲੀ ਕਰਨ ਲਈ ਕਿਹਾ ਜਾਏਗਾ ਜਾਂ ਫਿਰ ਉਹਨਾਂ ਨੂੰ ਕਿਸਾਨ ਮੋਰਚੇ ਦੇ ਏਜੰਡੇ ਨੂੰ ਅਪਣਾਉਣ ਲਈ ਕਿਹਾ ਜਾਏਗਾ। ਯਾਨੀ ਕਿ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਮੋਰਚੇ ਦੇ ਵੱਲੋਂ ਹੁਣ ਸ਼ਾਇਦ ਨਿਹੰਗ ਸਿੰਘਾਂ ਨੂੰ ਵੀ ਆਪਣੀ ਛਾਉਣੀ ਚੁੱਕਣ ਦੇ ਲਈ ਕਿਹਾ ਜਾਏਗਾ। ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਬਿਆਨ ਜਦੋਂ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਦਿੱਤਾ ਸੀ ਤਾਂ ਉਦੋਂ ਵਿਆਪਕ ਪੱਧਰ ਤੇ ਕਿਸਾਨ ਮੋਰਚੇ ਦਾ ਵਿਰੋਧ ਹੋਇਆ ਸੀ। ਭਾਰੀ ਰੋਹ ਦਾ ਸਾਹਮਣਾ ਕਰਨ ਤੋਂ ਬਾਅਦ ਬਲਵੀਰ ਸਿੰਘ ਰਾਜੇਵਾਲ ਨੇ ਦਾ ਖਾਲਸ ਟੀਵੀ ਦੇ ਨਾਲ ਖਾਸ ਗੱਲਬਾਤ ਕਰਦਿਆਂ ਸਿੱਖ ਸੰਗਤ ਤੋਂ ਮਾਫੀ ਵੀ ਮੰਗੀ ਸੀ। ਬਲਵੀਰ ਸਿੰਘ ਰਾਜੇਵਾਲ ਨੇ ਉਸ ਵਕਤ ਸਟੇਜ ਤੋਂ ਕੇਸਰੀ ਝੰਡੇ ਲਾ ਦੇਣ ਦੀ ਅਪੀਲ ਕੀਤੀ ਸੀ। ਹਾਲਾਂਕਿ ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਹੈ ਕਿ ਇਹ ਘਟਨਾ ਲਖੀਮਪੁਰ ਖੀਰੀ ਕਤਲकांड ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਹੈ, ਇੱਕ ਵੱਡੀ ਸਾਜ਼ਿਸ਼ ਹੈ। ਇਸ ਦੇ ਪਿੱਛੇ ਦੀ ਜਾਂਚ ਹੋਣੀ ਚਾਹੀਦੀ ਹੈ। ਮਹਿਲਾ ਕਿਸਾਨ ਲੀਡਰ ਕਵਿਤਾ ਕਰੁੰਗਟੀ ਨੇ ਵੀ ਕਿਹਾ ਕਿ ਇਹ ਸਾਡੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਕੋਸ਼ਿਸ਼ ਹੈ, ਕਿਉਂਕਿ ਸਰਕਾਰ ਸੋਚਦੀ ਹੈ ਕਿ ਅਜਿਹੇ ਹੱਥ ਕੰਡੇ ਅਪਣਾ ਕੇ ਸਾਡੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾਏਗਾ, ਪਰ ਸਾਡਾ ਅੰਦੋਲਨ ਨਾ ਹੀ ਤਾਂ ਮੁੱਕੇਗਾ ਨਾ ਹੀ ਕਮਜ਼ੋਰ ਹੋਵੇਗਾ। ਕੱਲ ਕਿਸਾਨਾਂ ਨੇ ਪੂਰੇ ਦੇਸ਼ ਦੇ ਵਿੱਚ ਬਦੀ ਦੇ ਪ੍ਰਤੀਕ ਮੰਨਦਿਆਂ BJP ਲੀਡਰਾਂ ਦੇ ਪੁਤਲੇ ਸਾੜੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਅੰਬਾਨੀ, ਅਡਾਨੀ, UP ਦੇ ਜਿਹੜੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਉਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁਤਲੇ ਵੀ ਫੂਕੇ ਗਏ। ਪੰਜਾਬ ਦੇ ਵਿੱਚ ਵੀ ਹਰ ਥਾਂ ਤੇ ਪੁਤਲੇ ਫੂਕਣ ਦੀ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ। ਟਿਕਰੀ ਬਾਰਡਰ ਤੇ ਕੱਲ ਕਿਸਾਨਾਂ ਨੇ ਕੌਮਾਂਤਰੀ ਪੇਂਡੂ ਮਹਿਲਾ ਦਿਵਸ ਵੀ ਮਨਾਇਆ। ਉਧਰ ਤਖਤ ਸੱਚਖੰਡ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵਿੱਚ ਟਕਰਾਅ ਹੋ ਗਿਆ। ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਸਟੇਜ ਤੇ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ ਤੇ ਹੁਣ ਇਹ ਝਗੜੇ ਦਾ ਮਾਮਲਾ ਹੈਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰਿਆ ਜਾਵੇਗਾ। 5 ਸਿੰਘ ਸਾਹਿਬਾਨ ਇਸ ਮਸਲੇ ਤੇ ਵਿਚਾਰ ਕਰਕੇ ਕੋਈ ਫੈਸਲਾ ਸੁਣਾਉਣਗੇ। ਬਿਜਲੀ ਸੰਕਟ ਦਰਮਿਆਨ ਖਬਰ ਹੈ ਕਿ ਰੋਪੜ ਤਾਪਘਰ ਦੇ ਵਿੱਚ 4 ਯੂਨਿਟ ਹੋਰ ਬੰਦ ਕਰ ਦਿੱਤੇ ਗਏ ਨੇ। ਬਣਾਵਾਲਾ ਤਾਪਘਰ ਦੀ ਬਿਜਲੀ ਪੈਦਾਵਾਰ ਦੇ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਲਹਿਰਾ ਮੁਹੱਬਤ ਦੇ ਵੀ 4 ਚੋਂ 3 ਯੂਨਿਟ ਬੰਦ ਨੇ। ਕਿਸਾਨਾਂ ਦੇ ਵੱਲੋਂ ਕੱਲ ਮੁੜ ਅਕਾਲੀ ਦਲ ਦੇ ਵੱਡੇ ਲੀਡਰਾਂ ਦਾ ਵਿਰੋਧ ਕੀਤਾ ਗਿਆ। ਲੁਧਿਆਣਾ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦਾ ਵਿਰੋਧ ਕੀਤਾ ਗਿਆ ਅਤੇ ਜੈਤੋ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੀ ਹਰਸਿਮਰਤ ਕੌਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਕੈਨੇਡਾ ਦੇ ਸ਼ਹਿਰ
ਬਰੈਂਪਟਨ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਹਾਦਸੇ ਦੇ ਵਿੱਚ ਪੰਜਾਬ ਦੀਆਂ 3 ਕੁੜੀਆਂ ਦੀ ਮੌਤ ਹੋ ਗਈ ਹੈ। ਤਿੰਨੇ ਜਣੀਆਂ ਕਾਰ ਦੇ ਵਿੱਚ ਆਪਣੀ ਡਿਊਟੀ ਤੇ ਜਾ ਰਹੀਆਂ ਸੀ। ਕਾਰ ਸਵਾਰ ਨੂੰ ਜਿਹੜਾ ਹੈਗਾ ਰੁਕਣ ਦਾ ਇਸ਼ਾਰਾ ਦਿਖਿਆ ਹੀ ਨਹੀਂ ਤੇ ਕਾਰ ਟ੍ਰੇਨ ਦੇ ਨਾਲ ਟਕਰਾ ਗਈ। ਤਿੰਨਾਂ ਦੀ ਮੌਤ ਹੋ ਗਈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿੱਥੇ ਲੰਘੀ ਰਾਤ ਭਲਵਾਨੀ ਫੇਰੀ ਮਾਰੀ ਹੈ, ਇਹ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ। ਤੇ ਉਪ ਮੁੱਖ ਮੰਤਰੀ ਰੰਧਾਵਾ ਨੇ ਸਿੰਘੂ ਕਤਲकांड ਦੀ ਮੌਜੂਦਾ ਜੱਜ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬ ਬੀਜੇਪੀ ਦੇ ਵੱਲੋਂ ਕਿਸਾਨ ਅੰਦੋਲਨ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਨੇ। ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਟਿੱਕਰੀ ਅਤੇ ਸਿੰਘੂ ਬਾਰਡਰ ਹੈ ਜਿਹੜਾ ਉਹ ਅਪਰਾਧ ਦਾ ਕੇਂਦਰ ਬਣ ਗਏ ਨੇ। ਜ਼ਾਹਿਰ ਤੌਰ ਤੇ ਕਿਸਾਨਾਂ ਦੇ ਵੱਲੋਂ ਇਹਨਾਂ ਦੇ ਜਵਾਬ ਵੀ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਉਪ ਮੁੱਖ ਮੰਤਰੀ ਦਿੱਲੀ ਦੇ ਮਨੀਸ਼ ਸਿਸੋਦੀਆ ਕੱਲ ਪੰਜਾਬ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਤਿੱਖਾ ਹਮਲਾ ਬੋਲਿਆ। ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਬੇਘਰੇ ਲੋਕਾਂ ਨੂੰ 5-5 ਮਰਲਿਆਂ ਦੇ ਪਲਾਟ ਦੇਣ ਦੇ ਵਾਅਦੇ ਨਾਲ ਗਰੀਬਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਰਾਮ ਮੰਦਿਰ ਤੀਰਥ ਜਲੰਧਰ ਦੇ ਵਿੱਚ ਨਤਮਸਤਕ ਹੋਏ ਸਿਸੋਦੀਆ ਨੇ ਕਿਹਾ ਕਿ ਪਹਿਲਾਂ ਰੁਜ਼ਗਾਰ ਦਾ ਝਾਂਸਾ ਕੈਪਟਨ ਨੇ ਦਿੱਤਾ ਸੀ ਤੇ ਹੁਣ ਚੰਨੀ ਨੇ ਪਲਾਂਟਾਂ ਦਾ ਝਾਂਸਾ ਦਿੱਤਾ ਹੈ। ਇਹ ਸਿਰਫ ਝਾਂਸੇ ਨੇ, ਕੁਝ ਵੀ ਇਹਦੇ ਵਿੱਚ ਸੱਚਾਈ ਨਹੀਂ ਹੈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਦਿਨ ਪਹਿਲਾਂ ਪਟਿਆਲਾ ਦੇ ਬੱਸ ਅੱਡੇ ਪਹੁੰਚੇ ਸੀ ਤੇ ਬੱਸ ਅੱਡੇ ਦੇ ਦੌਰੇ ਤੋਂ ਬਾਅਦ ਪੀਆਰਟੀਸੀ ਨੇ ਦੁਕਾਨਾਂ ਉੱਤੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਕੀਮਤ ਸੰਬੰਧੀ ਸੂਚੀ ਲਗਵਾ ਦਿੱਤੀ ਹੈ। ਦਰਅਸਲ ਜਦੋਂ ਮੰਤਰੀ ਵੜਿੰਗ ਪਟਿਆਲਾ ਦੇ ਬੱਸ ਅੱਡੇ ਪਹੁੰਚੇ ਸੀ ਤਾਂ ਇੱਥੇ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਖਾਣ ਪੀਣ ਦੀਆਂ ਵਸਤੂਆਂ ਦੇ ਜ਼ਿਆਦਾ ਰੇਟ ਇੱਥੇ ਦੁਕਾਨਾਂ ਦੇ ਵੱਲੋਂ ਵਸੂਲੇ ਜਾਂਦੇ ਨੇ ਤੇ ਤੁਰੰਤ ਵੜਿੰਗ ਨੇ ਹੁਕਮ ਦਿੱਤੇ ਸੀ ਕਿ ਦੁਕਾਨਾਂ ਦੇ ਬਾਹਰ ਰੇਟ ਲਿਸਟ ਲੱਗੀ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਪੀਆਰਟੀਸੀ ਨੇ ਤੁਰੰਤ ਦੁਕਾਨਾਂ ਦੇ ਉੱਤੇ ਰੇਟ ਲਿਸਟਾਂ ਲਗਵਾ ਦਿੱਤੀਆਂ ਨੇ। ਕੱਲ ਸੁਤੰਤਰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਕਾਂਸੇ ਦਾ ਬੁੱਤ ਸਥਾਪਿਤ ਕੀਤਾ ਗਿਆ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨਾਂ ਦੇ ਜਨਮ ਦਿਹਾੜੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਬੁੱਤ ਸਥਾਪਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਖਾਸ ਤੌਰ ਤੇ ਪਹੁੰਚੇ ਅਤੇ ਇਸ ਚੌਂਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਰੱਖਣ ਦਾ ਵੀ ਐਲਾਨ ਕੀਤਾ। ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਪਹਿਲੇ ਬਾਦਸ਼ਾਹ ਸਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾਗੀਰਦਾਰੀ ਪ੍ਰਬੰਧ ਨੂੰ ਖਤਮ ਕਰਕੇ ਜਿਹੜੇ ਭੂਮੀਹੀਣ ਕਿਸਾਨ ਸੀਗੇ ਪਰ ਜਿਹੜੇ ਖੇਤੀ ਕਰਦੇ ਸੀ ਉਹਨਾਂ ਖੇਤਾਂ ਦੇ ਵਿੱਚ ਕਾਸ਼ਤਕਾਰ ਸੀਗੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਸੀ। ਚੰਡੀਗੜ੍ਹ ਵਾਸੀਆਂ ਦੇ ਲਈ ਇੱਕ ਜ਼ਰੂਰੀ ਖਬਰ ਹੈ ਕਿ ਇੱਥੇ ਸਿੱਖਿਆ ਵਿਭਾਗ ਨੇ ਪਹਿਲੀ ਤੇ ਚੌਥੀ ਜਮਾਤ ਦੇ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲ ਨੇ ਜਿਹੜੇ ਉਹ 18 ਅਕਤੂਬਰ ਤੋਂ ਯਾਨੀ ਕਿ ਕੱਲ ਨੂੰ ਸੋਮਵਾਰ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਸੀ ਪਰ ਕਈ ਸਕੂਲ 18 ਅਕਤੂਬਰ ਤੋਂ ਇਹ ਜਮਾਤਾਂ ਲਈ ਜਿਹੜੇ ਹੈਗੇ ਨੇ ਨਹੀਂ ਖੁੱਲ੍ਹਣਗੇ। ਮਾਪਿਆਂ ਦੀ ਸਹਿਮਤੀ ਨਾ ਮਿਲਣ ਕਰਕੇ ਕੱਲ ਤੋਂ ਸਕੂਲ ਨਹੀਂ ਖੁੱਲ੍ਹਣਗੇ। ਸਿੱਖਿਆ ਵਿਭਾਗ ਦੇ ਵੱਲੋਂ ਹੁਣ 20 ਤੋਂ 25 ਅਕਤੂਬਰ ਦਰਮਿਆਨ ਸਕੂਲ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਸਕੂਲਾਂ ਨੇ ਵਿਦਿਆਰਥੀਆਂ ਨੂੰ ਸਕੂਲ ਭੇਜਣ ਲਈ ਮਾਪਿਆਂ ਦੀ ਸਹਿਮਤੀ ਮੰਗੀ ਸੀ ਤੇ ਕਈ ਮਾਪਿਆਂ ਦੀ ਸਹਿਮਤੀ ਨਾ ਮਿਲਣ ਤੇ ਹੁਣ ਸਕੂਲ ਖੁੱਲ੍ਹਣ ਦਾ ਜਿਹੜਾ ਸਮਾਂ ਉਹ ਟਲ ਗਿਆ। ਹਾਲਾਂਕਿ ਕਈ ਪ੍ਰਾਈਵੇਟ ਸਕੂਲ ਹੈਗੇ ਨੇ ਚੰਡੀਗੜ੍ਹ ਦੇ ਜਿਹੜੇ ਕਿ ਕੱਲ ਤੋਂ ਹੀ ਖੋਲ੍ਹ ਦਿੱਤੇ ਜਾਣਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਦਿੱਲੀ ਦੇ ਸਿੰਘੂ ਬਾਰਡਰ ਤੇ ਲਖਬੀਰ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘ ਸਰਬਜੀਤ ਸਿੰਘ ਨੂੰ ਅਦਾਲਤ ਨੇ 7 ਦਿਨਾਂ ਦੀ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਸਿੰਘੂ ਬਾਰਡਰ ਤੇ ਹੋਈ ਬੇਅਦਬੀ ਦੇ ਮਾਮਲੇ ਤੋਂ ਬਾਅਦ ਇਸ ਲਖਬੀਰ ਸਿੰਘ ਦਾ ਕਤਲ ਹੋਇਆ ਸੀ ਜਿਸ ਤੋਂ ਬਾਅਦ ਨਿਹੰਗ ਸਰਬਜੀਤ ਸਿੰਘ ਨੇ ਖੁਦ ਸਰੈਂਡਰ ਕੀਤਾ ਸੀ। ਉਸੇ ਦਿਨ ਹੀ ਰਾਤ ਨੂੰ ਸਰੈਂਡਰ ਕਰ ਦਿੱਤਾ ਸੀ। ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਜਦੋਂ ਅਦਾਲਤ ਦੀ ਕਾਰਵਾਈ ਮੁੱਕ ਗਈ ਉਸ ਤੋਂ ਬਾਅਦ ਸਰਬਜੀਤ ਸਿੰਘ ਨੂੰ ਪੁਲਿਸ ਬਾਹਰ ਲਿਆ ਰਹੀ ਸੀ ਅਦਾਲਤ ਤੋਂ ਤਾਂ ਮੀਡੀਆ ਕਵਰੇਜ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਹੋਇਆ ਸੀ। ਇਸ ਦਰਮਿਆਨ ਸਰਬਜੀਤ ਸਿੰਘ ਦੀ ਦਸਤਾਰ ਹੈ ਜਿਹੜੀ ਉਹ ਇੱਕ ਮੀਡੀਆ ਕਰਮੀ ਦੀ ਮਾਈਕ ਦੇ ਵਿੱਚ ਫਸ ਗਈ ਤੇ ਦਸਤਾਰ ਉਤਰਨ ਲੱਗੀ ਸੀ। ਤਕਰੀਬਨ ਦਸਤਾਰ ਹੈ ਜਿਹੜੀ ਉਹ ਉਤਰ ਗਈ ਸੀ। ਉਸ ਤੋਂ ਬਾਅਦ ਸਰਬਜੀਤ ਸਿੰਘ ਨੂੰ ਗੁੱਸਾ ਚੜ ਗਿਆ ਤੇ ਉਸਨੇ ਮੰਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਸਿੰਘੂ ਬਾਰਡਰ ਕਤਲकांड ਦੇ ਵਿੱਚ ਇੱਕ ਹੋਰ ਗ੍ਰਿਫਤਾਰੀ ਹੋਈ ਹੈ। ਨਿਹੰਗ ਨਾਰਾਇਣ ਸਿੰਘ ਨੇ ਸਰੈਂਡਰ ਕੀਤਾ ਹੈ। ਆਪਣੇ ਪਿੰਡ ਅਮਰਕੋਟ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੈ। ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਦੇ ਵਿੱਚ ਸਿੰਘੂ ਬਾਰਡਰ ਕਾਂਡ ਤੋਂ ਬਾਅਦ ਨਾਰਾਇਣ ਸਿੰਘ ਆਪਣੇ ਪਿੰਡ ਵਾਪਸ ਪਰਤ ਆਇਆ ਸੀ। ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਸੁਰੱਖਿਆ ਦੇ ਮੱਦੇਨਜ਼ਰ ਤੈਨਾਤ ਕਰ ਦਿੱਤਾ ਗਿਆ ਸੀ। ਨਿਹੰਗ ਸਿੰਘ ਸਿੰਘੂ ਬਾਰਡਰ ਤੋਂ ਵਾਪਸ ਕਿਉਂ ਆ ਗਿਆ ਸੀ ਜਦੋਂ ਸਵਾਲ ਉੱਠੇ ਤਾਂ ਨਾਰਾਇਣ ਸਿੰਘ ਨੇ ਜਵਾਬ ਦਿੱਤਾ ਕਿ ਮੈਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਚਾਹੁੰਦਾ ਸੀ ਗ੍ਰਿਫਤਾਰੀ ਤੋਂ ਪਹਿਲਾਂ। ਹਾਲਾਂਕਿ ਇਲਾਕਾ ਸੀਲ ਕਰਨ ਦੇ ਕਰਕੇ ਜਿਹੜਾ ਨਿਹੰਗ ਸਿੰਘ ਦਰਬਾਰ ਸਾਹਿਬ ਨਤਮਸਤਕ ਤਾਂ ਨਹੀਂ ਹੋ ਸਕਿਆ, ਘਰੋਂ ਬਾਹਰ ਨਹੀਂ ਨਿਕਲ ਸਕਿਆ ਤਾਂ ਆਖਿਰਕਾਰ ਉਹਨਾਂ ਨੇ ਆਪਣੇ ਪਿੰਡ ਵਾਲੇ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਤੇ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਨਾਰਾਇਣ ਸਿੰਘ ਨੇ ਗ੍ਰਿਫਤਾਰੀ ਦੇ ਦਿੱਤੀ। ਗ੍ਰਿਫਤਾਰੀ ਦੇਣ ਮੌਕੇ ਨਾਰਾਇਣ ਸਿੰਘ ਨੇ ਇਹ ਕਿਹਾ ਕਿ ਮੈਨੂੰ ਕਾਨੂੰਨ ਤੇ ਵਿਸ਼ਵਾਸ ਨਹੀਂ ਹੈ। ਜੇ ਭਵਿੱਖ ਦੇ ਵਿੱਚ
ਬੇਅਦਬੀ ਦੇ ਮਾਮਲੇ ਦੇ ਵਿੱਚ ਕੋਈ ਅਜਿਹੀ ਲੋੜ ਪਈ ਤਾਂ ਮੇਰੀ ਪਤਨੀ ਅਤੇ ਮੇਰੀ ਧੀ ਇਸ ਜ਼ੁਲਮ ਦਾ ਟਾਕਰਾ ਕਰੇਗੀ। ਤੇ ਉਧਰ ਲਖਬੀਰ ਸਿੰਘ ਦੀ ਮੌਤ ਹੋਈ ਹੈ ਬੇਅਦਬੀ ਦੇ ਇਲਜ਼ਾਮਾਂ ਤੋਂ ਬਾਅਦ। ਉਸ ਦੀ ਮ੍ਰਿਤਕ ਦੇਹ ਦੇ ਪਿੰਡ ਵਿੱਚ ਅੰਤਿਮ ਸੰਸਕਾਰ ਵਿੱਚ ਕਿਸੇ ਤਰ੍ਹਾਂ ਦੀ ਅੜਚਣ ਨਾ ਆਏ, ਅੜਿੱਕਾ ਨਾ ਆਏ, ਇਸ ਦੇ ਲਈ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਦੇ ਡੀਜੀਪੀ ਨੂੰ ਸਖਤ ਹਦਾਇਤਾਂ ਦਿੱਤੀਆਂ ਨੇ। ਸਾਂਪਲਾ ਨੇ ਡੀਜੀਪੀ ਪੰਜਾਬ ਨੂੰ ਹੁਕਮ ਦਿੱਤੇ ਨੇ ਕਿ ਮ੍ਰਿਤਕ ਦੇ ਅੰਤਿਮ ਸੰਸਕਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਆਉਣਾ ਚਾਹੀਦਾ। ਲਖਬੀਰ ਸਿੰਘ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਹੈ ਤੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਲਖਬੀਰ ਸਿੰਘ ਨੇ ਗੁਰਬਾਣੀ ਦੀ ਬੇਅਦਬੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਤੇ ਅਜਿਹੇ ਬੰਦੇ ਦਾ ਆਪਣੇ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਨਹੀਂ ਕਰਨ ਦੇਣਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਭਾਵੇਂ ਉਸਨੇ ਲਾਲਚ ਜਾਂ ਨਸ਼ੇ ਦੀ ਲੋਰ ਦੇ ਵਿੱਚ ਆ ਕੇ ਬੇਅਦਬੀ ਕੀਤੀ ਹੈ ਪਰ ਮੰਦਭਾਗੀ ਘਟਨਾ ਵਾਪਰੀ ਹੈ, ਅਸੀਂ ਆਪਣੇ ਪਿੰਡ ਦੇ ਮੱਥੇ ਤੇ ਕਲੰਕ ਨਹੀਂ ਲਵਾਉਣਾ। ਜਦਕਿ ਲਖਬੀਰ ਸਿੰਘ ਦਾ ਪਰਿਵਾਰ ਆਪਣੇ ਪਿੰਡ ਦੇ ਵਿੱਚ ਹੀ ਸੰਸਕਾਰ ਕਰਨਾ ਚਾਹੁੰਦਾ ਹੈ। ਹਾਲਾਂਕਿ ਬਾਅਦ ਵਿੱਚ ਪਿੰਡ ਵਾਸੀ ਅੰਤਿਮ ਸੰਸਕਾਰ ਦੇ ਲਈ ਰਾਜ਼ੀ ਹੋ ਗਏ ਸੀ ਪਰ ਉਹਨਾਂ ਨੇ ਕਿਹਾ ਕਿ ਸਿੱਖ ਰੀਤੀ ਰਿਵਾਜਾਂ ਦੇ ਮੁਤਾਬਿਕ ਉਸ ਦਾ ਅੰਤਿਮ ਸੰਸਕਾਰ ਨਹੀਂ ਹੋਵੇਗਾ। ਤੇ ਇਸੇ ਦਰਮਿਆਨ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਇਹ ਹਦਾਇਤਾਂ ਜਾਰੀ ਕੀਤੀਆਂ। ਸੋ ਸਿੰਘੂ ਬਾਰਡਰ ਤੇ ਲਖਬੀਰ ਸਿੰਘ ਦਾ ਜੋ ਕਤਲ ਹੋਇਆ ਹੈ ਉਸ ਦੇ ਬਾਰੇ ਖੁਲਾਸੇ ਨੇ ਜਿਹੜੇ ਪਰਿਵਾਰ ਤੇ ਪਿੰਡ ਵਾਲਿਆਂ ਨੇ ਕੀਤੇ ਨੇ। ਪਰਿਵਾਰ ਦਾ ਇਹੀ ਕਹਿਣਾ ਹੈ ਕਿ ਲਖਬੀਰ ਸਿੰਘ ਅਜਿਹੀ ਘਟਨਾ ਨੂੰ ਅੰਜਾਮ ਦੇ ਹੀ ਨਹੀਂ ਸਕਦਾ। ਉਹ ਤਾਂ ਕਦੇ ਤਰਨਤਾਰਨ ਤੱਕ ਨਹੀਂ ਗਿਆ ਹੈਗਾ। ਤਰਨਤਾਰਨ ਦਾ ਰਾਹ ਜਿਹਨੂੰ ਨਹੀਂ ਪਤਾ ਉਹ ਸਿੰਘੂ ਬਾਰਡਰ ਕਿਵੇਂ ਜਾ ਸਕਦਾ ਹੈ। ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਕੋਈ ਉਸ ਨੂੰ ਫੁਸਲਾ ਕੇ ਉੱਥੇ ਲੈ ਕੇ ਗਿਆ ਹੈ ਤੇ ਉਸ ਤੋਂ ਇਹ ਕਾਰਾ ਕਰਵਾਇਆ ਹੈ। ਉਸ ਦੀ ਭੈਣ ਨੇ, ਲਖਬੀਰ ਸਿੰਘ ਦੇ ਸਹੁਰੇ ਨੇ ਜਾਂ ਫਿਰ ਰਿਸ਼ਤੇਦਾਰਾਂ ਨੇ, ਸਭ ਨੇ ਇਹ ਕਿਹਾ ਕਿ ਨਸ਼ਾ ਜ਼ਰੂਰ ਕਰਦਾ ਸੀ ਪਰ ਕਿਸੇ ਦਾ ਨੁਕਸਾਨ ਨਹੀਂ ਕਰਦਾ ਸੀ ਤੇ ਅਜਿਹੀ ਜਿਹੜੀ ਵਾਰਦਾਤ ਹੈ ਉਹ ਤਾਂ ਕਦੇ ਵੀ ਨਹੀਂ ਕਰ ਸਕਦਾ। ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਨਸ਼ੇ ਪੱਤੇ ਦਾ ਆਦੀ ਸੀ, ਘਰ ਵਾਲਿਆਂ ਨੂੰ ਕੁਝ ਕਮਾ ਕੇ ਨਹੀਂ ਦਿੰਦਾ ਸੀ, ਆਪਣੀ ਭੈਣ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਸੀ ਤੇ ਜਦੋਂ ਘਰੋਂ ਗਿਆ ਸੀ ਲਾਸਟ ਦਾ ਇਹੀ ਕਹਿ ਕੇ ਗਿਆ ਸੀ ਕਿ ਮੈਂ 7 ਦਿਨ ਬਾਅਦ ਵਾਪਸ ਆਊਂਗਾ ਤੇ ਭੈਣ ਨੇ 50 ਰੁਪਏ ਉਹਨੂੰ ਦਿੱਤੇ ਸੀ, ਯਾਨੀ ਕਿ ਬਿਲਕੁਲ ਨਿਕੰਮਾ ਸੀ ਤੇ ਨਸ਼ੇੜੀ ਸੀ। ਪਿੰਡ ਵਾਲਿਆਂ ਨੇ ਕਿਹਾ ਕਿ ਨਸ਼ੇ ਪੱਤੇ ਜ਼ਰੂਰ ਕਰਦਾ ਸੀ ਪਰ ਅਜਿਹੀ ਘਟਨਾ ਨਹੀਂ ਜਿਹੜੀ ਹੈ ਉਹ ਕਰ ਸਕਦਾ। ਜਿਹੜੇ ਬੰਦੇ ਨੂੰ ਤਰਨਤਾਰਨ ਦਾ ਰਾਹ ਨਹੀਂ ਪਤਾ ਉਹ ਕਿਵੇਂ ਸਿੰਘੂ ਬਾਰਡਰ ਜਾ ਸਕਦਾ ਹੈ। ਵਾਰ-ਵਾਰ ਸਵਾਲ ਜਿਹੜੇ ਚੁੱਕੇ ਨੇ ਤੇ ਜਾਂਚ ਦੀ ਮੰਗ ਕੀਤੀ ਹੈ। ਪਿੰਡ ਵਾਲਿਆਂ ਨੇ ਵੀ ਕਿਹਾ ਕਿ ਇਸ ਘਟਨਾ ਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ, ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਪਿੰਡ ਦੇ ਸਰਪੰਚ ਅਵਨ ਕੁਮਾਰ ਉਰਫ ਸੋਨੂ ਚੀਮਾ ਨੇ ਵੀ ਇਹੀ ਕਿਹਾ ਕਿ ਜਿਸ ਤਰੀਕੇ ਨਾਲ ਉਸ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੱਕ ਲਿਜਾਇਆ ਗਿਆ ਹੈ ਇਹ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ। ਸੋ ਸਵਾਲ ਉੱਠਦੇ ਨੇ ਕਿ ਲਖਬੀਰ ਸਿੰਘ ਨੂੰ ਸਿੰਘੂ ਬਾਰਡਰ ਕੌਣ ਲੈ ਕੇ ਗਿਆ, ਕੀ ਪੁਲਿਸ ਇਸ ਦੀ ਜਾਂਚ ਕਰੇਗੀ। ਘੰਟਿਆਂ ਬੱਧੀ ਕਹਿੰਦੇ ਇੱਕ ਸੰਧੂ ਨਾਮ ਦੇ ਬੰਦੇ ਨਾਲ ਗੱਲਾਂ ਕਰਦਾ ਸੀ, ਭੈਣ ਨੇ ਦੱਸਿਆ ਰਾਜ ਕੌਰ ਨੇ, ਤਾਂ ਉਹ ਸੰਧੂ ਕੌਣ ਸੀਗਾ, ਕੀ ਪੁਲਿਸ ਇਸ ਦੀ ਕੋਈ ਜਾਂਚ ਕਰੇਗੀ। ਇਹ ਵੀ ਵੱਡੇ ਸਵਾਲ ਨੇ ਜਿਹੜੇ ਉਹ ਉੱਠਦੇ ਨੇ। ਉਧਰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਿੰਘੂ ਬਾਰਡਰ ਤੇ ਲਖਬੀਰ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਹਰਿਆਣਾ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਕਮਿਸ਼ਨ ਦੇ ਮੁਖੀ ਵਿਜੇ ਸਾਂਪਲਾ ਨੇ ਹਰਿਆਣਾ ਪੁਲਿਸ ਤੋਂ 24 ਘੰਟਿਆਂ ਦੇ ਅੰਦਰ ਰਿਪੋਰਟ ਹੈ ਜਿਹੜੀ ਉਹ ਮੰਗ ਲਈ ਹੈ। ਸਾਂਪਲਾ ਨੇ ਕਿਹਾ ਕਿ ਮ੍ਰਿਤਕ ਲਖਬੀਰ ਸਿੰਘ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ ਸੀ, ਉਸ ਦੇ ਕਤਲ ਦੇ ਜ਼ਿੰਮੇਦਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸੇ ਮਾਮਲੇ ਦੇ ਵਿੱਚ ਦੇਸ਼ ਭਰ ਦੀਆਂ ਕਰੀਬ 15 ਅਨੁਸੂਚਿਤ ਜਾਤੀ ਨਾਲ ਸੰਬੰਧਿਤ ਜਥੇਬੰਦੀਆਂ ਨੇ ਸਿੰਘੂ ਬਾਰਡਰ ਤੇ ਹੋਏ ਇਸ ਕਤਲ ਕਾਂਡ ਦੇ ਵਿੱਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮੰਗ ਪੱਤਰ ਸੌਂਪ ਕੇ ਉਸ ਦੇ ਦੋਸ਼ੀਆਂ ਦੇ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ। 15 ਜਿਹੜੀਆਂ ਦਲਿਤ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਆਲ ਇੰਡੀਆ ਖਟੀਕ ਸਮਾਜ, ਆਲ ਇੰਡੀਆ ਬੇਰਵਾ ਵਿਕਾਸ ਸੰਘ, ਧਨਕ ਕਲਿਆਣ ਸੰਘ ਅਤੇ ਦਲਿਤ ਕਰਮਚਾਰੀਆਂ ਤੇ ਪੇਸ਼ੇਵਰਾਂ ਦੀਆਂ ਹੋਰ ਸੰਸਥਾਵਾਂ ਸ਼ਾਮਿਲ ਨੇ ਜਿਨ੍ਹਾਂ ਨੇ ਵਿਜੇ ਸਾਂਪਲਾ ਨੂੰ ਇਹ ਮੰਗ ਪੱਤਰ ਸੌਂਪਿਆ ਹੈ। ਸਿੰਘੂ ਬਾਰਡਰ ਤੇ ਵਾਪਰੇ ਕਤਲकांड ਤੋਂ ਇੱਕ ਦਿਨ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਉਸ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ, ਜਿਸ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਹੈ। ਸਿੰਘੂ ਬਾਰਡਰ ਦੀ ਤਾਜ਼ਾ ਘਟਨਾ ਦਾ ਹਵਾਲਾ ਦਿੰਦੇ ਹੋਏ ਮਾਰਚ 2021 ਵਿੱਚ ਪਾਈ ਜਨਹਿਤ ਪਟੀਸ਼ਨ ਦੀ ਤੁਰੰਤ ਸੁਣਵਾਈ ਲਈ ਤਾਜ਼ਾ ਅਰਜ਼ੀ ਪਾਈ ਗਈ ਹੈ ਕਿ ਇਸ ਮਾਮਲੇ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤੇ ਕਿਸਾਨਾਂ ਨੂੰ ਤੁਰੰਤ ਬਾਰਡਰਾਂ ਤੋਂ ਉਠਾਇਆ ਜਾਵੇ। ਇਸ ਮਸਲੇ ਨੂੰ ਕੋਈ ਜਿਹੜਾ ਹੈਗਾ ਦਲਿਤ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਖਾਸ ਕਰਕੇ ਸਿਆਸੀ ਲੀਡਰ ਅਜਿਹਾ ਕਰ ਰਹੇ ਨੇ। ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਇਸ ਘਟਨਾ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੀ ਚੰਨੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਵੇਂ ਮੁੱਖ ਮੰਤਰੀ ਨੇ ਲਖੀਮਪੁਰ ਖੀਰੀ ਕਤਲकांड ਦੇ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਸਹਾਇਤਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਉਸੇ ਤਰ੍ਹਾਂ ਇਸ ਘਟਨਾ ਦੇ ਵਿੱਚ ਜੋ ਪੀੜਤ ਮਾਰਿਆ ਗਿਆ ਹੈ ਉਸ ਦੇ ਪਰਿਵਾਰ ਦੇ ਲਈ ਵੀ ਅਜਿਹਾ ਜਿਹੜਾ ਐਲਾਨ ਹੋਣਾ ਚਾਹੀਦਾ ਹੈ। ਉਚਿਤ ਮੁਆਵਜ਼ਾ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਮਾਇਆਵਤੀ ਨੇ।
ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸਿੰਘੂ ਬਾਰਡਰ ਤੇ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਹੁਤ ਹੀ ਖਤਰਨਾਕ ਘਟਨਾ ਵਾਪਰੀ ਹੈ। ਇਸ ਦੇ ਪਿੱਛੇ ਜੋ ਵੀ ਕਾਰਨ ਹੈ ਉਸ ਦਾ ਬਾਅਦ ਵਿੱਚ ਪਤਾ ਲੱਗੇਗਾ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਪਿਛਲੇ 10 ਮਹੀਨਿਆਂ ਤੋਂ ਜੋ ਅੰਦੋਲਨ ਚੱਲ ਰਿਹਾ ਹੈ ਉਸ ਤੇ ਅੱਖਾਂ ਮੀਟੀ ਬੈਠੀ ਹੈ, ਕੋਈ ਹੱਲ ਨਹੀਂ ਕੱਢਿਆ ਗਿਆ। ਜੇ ਅੱਜ ਵੀ ਹੱਲ ਨਾ ਨਿਕਲਿਆ ਤਾਂ ਅੱਗੇ ਵੀ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਹੋ ਸਕਦੀਆਂ ਨੇ। ਅਸੀਂ ਜਲਦ ਹੀ ਇਸ ਦਾ ਹੱਲ ਲੱਭਾਂਗੇ। ਰੋਹ ਤਾਂ ਹੀ ਪੈਦਾ ਹੋ ਰਿਹਾ ਹੈ ਜੇ ਸਰਕਾਰ ਇਨਸਾਫ ਨਹੀਂ ਦੇ ਰਹੀ। ਬੀਬੀ ਜਗੀਰ ਕੌਰ ਨੇ ਮੰਗ ਕੀਤੀ ਹੈ ਕਿ ਇਸ ਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ, ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ, ਉਸ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਵੀ ਮੁੜ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ। ਮੋਰਚੇ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਾਡੇ ਮੋਰਚੇ ਨੂੰ ਫੇਲ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਹੈ ਤੇ ਇਹ ਸਰਕਾਰਾਂ ਦਾ ਹੀ ਕੋਝਾ ਯਤਨ ਹੋ ਸਕਦਾ ਹੈ। ਮੋਰਚੇ ਨੇ ਇਹ ਹਵਾਲਾ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਪੀੜਤ ਦੇ ਪਿੰਡ ਵਾਲਿਆਂ ਨੇ ਤੇ ਪਰਿਵਾਰ ਵਾਲਿਆਂ ਨੇ ਜੋ ਜਾਣਕਾਰੀ ਦਿੱਤੀ ਹੈ ਲਖਬੀਰ ਸਿੰਘ ਦੇ ਬਾਰੇ, ਉਸ ਤੋਂ ਪਤਾ ਲੱਗਦਾ ਹੈ ਕਿ ਲਖਬੀਰ ਸਿੰਘ ਨੇ ਨਹੀਂ ਕੀਤਾ। ਇਸ ਦੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ, ਉਸ ਦਾ ਪਤਾ ਲਾਇਆ ਜਾਣਾ ਚਾਹੀਦਾ। ਨਾਲ ਹੀ ਮੋਰਚੇ ਨੇ ਵੀ ਸਾਫ਼ ਕੀਤਾ ਹੈ ਕਿ ਜਿਸ ਤਰ੍ਹਾਂ ਦੇ ਵੀ ਮਰਜ਼ੀ ਸਾਨੂੰ ਝਟਕੇ ਦਿੱਤੇ ਜਾਣ, ਸਾਡਾ ਅੰਦੋਲਨ ਇਸੇ ਤਰ੍ਹਾਂ ਮਜ਼ਬੂਤ ਹੁੰਦਾ ਜਾਏਗਾ। ਸ਼ਾਂਤੀ ਅਤੇ ਅਹਿੰਸਾ ਇਤਿਹਾਸਿਕ ਅੰਦੋਲਨ ਦੀ ਨੀਂਹ ਪੱਥਰ ਬਣੇ ਹੋਏ ਨੇ ਤੇ ਬਣੇ ਰਹਿਣਗੇ। ਦੁਸ਼ਹਿਰੇ ਵਾਲੇ ਦਿਨ ਅਤੇ ਉਸ ਤੋਂ ਅਗਲੇ ਦਿਨ ਯਾਨੀ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ 2 ਦਿਨ ਕਿਸਾਨਾਂ ਨੇ ਪੂਰੇ ਦੇਸ਼ ਦੇ ਵਿੱਚ ਹੁਕਮਰਾਨਾਂ ਦੇ ਪੁਤਲੇ ਸਾੜੇ, ਬੁਰਾਈ ਦੇ ਉੱਤੇ ਸੱਚ ਦੀ ਜਿੱਤ ਦੇ ਪ੍ਰਤੀਕ ਨੂੰ ਦਰਸਾਉਂਦੇ ਹੋਏ। ਕਿਸਾਨਾਂ ਨੇ ਬੀਜੇਪੀ ਲੀਡਰਾਂ ਦੇ ਪੁਤਲੇ ਪੂਰੇ ਭਾਰਤ ਦੇ ਵਿੱਚ ਸਾੜੇ। ਬੁਰਾਈ ਦੇ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਨਰਿੰਦਰ ਮੋਦੀ, ਅਮਿਤ ਸ਼ਾਹ, ਨਰਿੰਦਰ ਤੋਮਰ, ਯੋਗੀ ਆਦਿੱਤਿਆਨਾਥ, ਮਨੋਹਰ ਲਾਲ ਖੱਟਰ, ਅਜੇ ਮਿਸ਼ਰਾ, ਟੇਨੀ ਅਤੇ ਹੋਰ ਬੀਜੇਪੀ ਲੀਡਰਾਂ ਦੇ ਪੁਤਲੇ ਸਾੜੇ ਗਏ। ਅੰਬਾਨੀਆਂ, ਅਡਾਨੀਆਂ ਦੇ ਪੁਤਲੇ ਵੀ ਸਾੜੇ ਗਏ। ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ। ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਇਹ ਪ੍ਰੋਗਰਾਮ 15 ਤਰੀਕ ਦਾ ਰੱਖਿਆ ਸੀ, ਜਿਸ ਦਿਨ ਦੁਸ਼ਹਿਰਾ ਸੀ, ਪਰ ਫਿਰ ਕੁਝ ਸਿਆਸੀ ਲੀਡਰਾਂ ਦੇ ਵਿਰੋਧ ਦੇ ਕਾਰਨ ਇਸ ਨੂੰ 16 ਤਰੀਕ ਕਰ ਦਿੱਤਾ ਸੀ ਤਾਂ ਕਿ ਇਸ ਨੂੰ ਕੋਈ ਹਿੰਦੂ ਸਿੱਖ ਮਸਲਾ ਨਾ ਬਣਾ ਸਕੇ। ਸੰਯੁਕਤ ਕਿਸਾਨ ਮੋਰਚੇ ਨੇ ਦੱਸਿਆ ਕਿ ਕਈ ਸੂਬਿਆਂ ਤੋਂ ਜਿਹੜੀਆਂ ਹੈਗੀਆਂ ਨੇ ਵਿਰੋਧ ਦੀਆਂ ਰਿਪੋਰਟਾਂ ਆਈਆਂ ਨੇ। ਜਿਹੜੇ ਕਿਸਾਨਾਂ ਨੇ ਪੁਤਲੇ ਸਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਪੁਲਿਸ ਨੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਯੂਪੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਖਿਲਾਫ ਹੈ ਜਿਹੜਾ ਉਹ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ। ਯੂਪੀ ਪੁਲਿਸ ਦੇ ਇਸ ਜ਼ਬਰ ਦੀ ਕਿਸਾਨ ਮੋਰਚੇ ਨੇ ਨਿਖੇਧੀ ਵੀ ਕੀਤੀ ਹੈ ਅਤੇ ਕਿਸਾਨ ਜਦੋਂ ਪੁਤਲਾ ਸਾੜਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਪੁਲਿਸ ਉਸ ਦੇ ਵਿੱਚ ਰੁਕਾਵਟ ਪਾ ਰਹੀ ਸੀ ਤੇ ਕਈ ਲੀਡਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਵੀ ਕਰ ਦਿੱਤਾ ਗਿਆ। ਪ੍ਰਸ਼ਾਸਨ ਦੇ ਵੱਲੋਂ ਅਜਿਹੀ ਕਾਰਵਾਈ ਦੇ ਬਾਵਜੂਦ ਮੋਰਚੇ ਨੇ ਦੱਸਿਆ ਹੈ ਕਿ ਪੂਰੇ ਦੇਸ਼ ਦੇ ਵਿੱਚ ਪੁਤਲਾ ਸਾੜਨ ਦੇ ਪ੍ਰੋਗਰਾਮ ਪੂਰੀ ਸ਼ਾਂਤਮਈ ਤਰੀਕੇ ਨਾਲ ਕੀਤੇ ਗਏ। ਮੱਧ ਪ੍ਰਦੇਸ਼ ਦੇ ਵਿੱਚ ਵੀ ਜਿੱਥੇ ਕਿਸਾਨ ਪੁਤਲੇ ਸਾੜਨ ਲਈ ਇਕੱਠੇ ਹੋਏ ਸੀ, ਪੁਲਿਸ ਕਿਸਾਨਾਂ ਨੂੰ ਉਹਨਾਂ ਥਾਵਾਂ ਤੇ ਪੁਤਲਾ ਸਾੜਨ ਤੋਂ ਜ਼ਬਰਦਸਤੀ ਰੋਕ ਰਹੀ ਸੀ। ਤਾਮਿਲਨਾਡੂ ਦੇ ਕਰੂਰ ਦੇ ਵਿੱਚ ਬੀਜੇਪੀ ਵਰਕਰਾਂ ਨੇ ਕਿਸਾਨ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਦੇ ਨਾਲ ਝੜਪ ਕੀਤੀ। ਪੁਤਲਾ ਸਾੜਨ ਤੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਧਿਰਾਂ ਦੇ ਵਿੱਚ ਤਲਖ ਕਲਾਮੀ ਹੋਈ। ਉੜੀਸਾ ਦੀਆਂ ਕਈ ਥਾਵਾਂ ਤੇ 15 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਹੀ ਪੁਤਲੇ ਸਾੜੇ ਗਏ। ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਹਰ ਸ਼ਹਿਰ ਤੇ ਹਰ ਪਿੰਡ ਦੇ ਵਿੱਚ ਜਿਹੜੇ ਮੌਜੂਦਾ ਹੁਕਮਰਾਨ ਹੈਗੇ ਨੇ ਉਹਨਾਂ ਦੇ ਪੁਤਲੇ ਰਾਵਣ ਬਣਾ ਕੇ ਸਾੜੇ ਗਏ। ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਆਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਨਵਾਂ ਸ਼ਹਿਰ ਦਾ ਬੰਗਾ ਹੋਵੇ ਜਾਂ ਫਿਰ ਪੰਜਾਬ ਦੀਆਂ ਹੋਰ ਥਾਵਾਂ ਹੁਸ਼ਿਆਰਪੁਰ, ਦਸੂਹਾ, ਬਰਨਾਲਾ, ਜਗਰਾਓਂ ਜਾਂ ਫਿਰ ਪੰਜਾਬ ਦੇ ਜਿੰਨੇ ਵੀ ਟੋਲ ਪਲਾਜ਼ੇ ਨੇ ਜਿੱਥੇ ਧਰਨੇ ਲੱਗੇ ਹੋਏ ਨੇ ਕਿਸਾਨਾਂ ਦੇ, ਉੱਥੇ ਵੀ ਜਿਹੜੇ ਆਦਮ ਕੱਦ ਜਿਹੜੇ ਪੁਤਲੇ ਹੈਗੇ ਨੇ ਇਹਨਾਂ ਹੁਕਮਰਾਨਾਂ ਦੇ ਉਹ ਸਾੜੇ ਗਏ। ਰਾਮਪੁਰਾ ਦੀਆਂ ਤਸਵੀਰਾਂ, ਲੁਧਿਆਣਾ ਦੀਆਂ ਤਸਵੀਰਾਂ, ਜਲੰਧਰ, ਕੋਟ ਕਪੂਰਾ ਸਭ ਕਿਤੋਂ ਅਜਿਹੀਆਂ ਤਸਵੀਰਾਂ ਆਈਆਂ ਨੇ ਜਿੱਥੇ ਕਿਸਾਨਾਂ ਦੇ ਪੁਤਲੇ ਸਾੜੇ ਗਏ। ਹਰਿਆਣਾ, ਯੂਪੀ, ਹਰ ਸੂਬੇ ਦੇ ਵਿੱਚ, ਰਾਜਸਥਾਨ ਤੋਂ ਵੀ ਅਜਿਹੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਦੋਂ ਬਦੀ ਦੇ ਪ੍ਰਤੀਕ ਦੱਸਦਿਆਂ ਹੋਇਆਂ ਇਹਨਾਂ ਲੀਡਰਾਂ ਦੇ ਪੁਤਲੇ ਸਾੜੇ ਗਏ। ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਕੋਲ ਬਣੇ ਟੋਲ ਪਲਾਜ਼ੇ ਉੱਤੇ ਕਿਸਾਨ ਜਥੇਬੰਦੀਆਂ ਨੇ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁਤਲੇ ਨੇ ਜਿਹੜੇ ਉਹ ਫੂਕੇ ਗਏ। ਦਿੱਲੀ ਦੇ ਜਿਹੜੇ ਬਾਰਡਰਾਂ ਦੇ ਉੱਤੇ ਕਿਸਾਨ ਪੱਕੇ ਮੋਰਚੇ ਲਾ ਕੇ ਬੈਠੇ ਨੇ, ਸਿੰਘੂ ਬਾਰਡਰ, ਟਿਕਰੀ ਬਾਰਡਰ ਜਾਂ ਫਿਰ ਗਾਜ਼ੀਪੁਰ ਬਾਰਡਰ, ਉੱਥੋਂ ਵੀ ਅਜਿਹੀਆਂ ਹੀ ਤਸਵੀਰਾਂ ਨੇ ਜਿਹੜੀਆਂ ਉਹ ਮਿਲੀਆਂ ਨੇ ਜਦੋਂ ਬਦੀ ਦੇ ਪ੍ਰਤੀਕ ਇਹਨਾਂ ਲੀਡਰਾਂ ਦੇ ਪੁਤਲੇ ਸਾੜੇ ਗਏ ਨੇ ਤੇ ਇਹ ਕਿਸਾਨਾਂ ਦੇ ਇੱਕ ਰੋਹ ਦਾ ਪ੍ਰਤੀਕ ਹੈ। ਕਿਸਾਨਾਂ ਨੇ ਰੋਸ ਦੇ ਵਜੋਂ ਪੁਤਲੇ ਸਾੜੇ ਨੇ। ਲਖੀਮਪੁਰ ਖੀਰੀ ਘਟਨਾ ਦੇ ਵਿੱਚ ਹਾਲੇ ਤੱਕ ਆਸ਼ੀਸ਼ ਮਿਸ਼ਰਾ ਦੇ ਪਿਓ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਨਾ ਬਰਖਾਸਤ ਕੀਤਾ ਗਿਆ ਹੈ ਤੇ ਨਾ ਹੀ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਤੇ ਹੈਰਾਨੀ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਕਿਵੇਂ ਕੰਨ ਲਪੇਟ ਕੇ ਬੈਠੀ ਹੈ। ਨੈਤਿਕ ਤੌਰ ਤੇ ਮੋਦੀ ਸਰਕਾਰ ਨੂੰ ਇਹ ਕਾਰਵਾਈ ਕਰਨੀ ਚਾਹੀਦੀ ਸੀ ਪਰ ਜ਼ਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਯੂਪੀ ਬੀਜੇਪੀ ਦੇ ਜਿਹੜੇ ਇੱਕ ਲੀਡਰ ਨੇ ਮੰਨਿਆ ਹੈ ਕਿ ਅਜੇ ਮਿਸ਼ਰਾ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਦਾ ਸੂਤਰਧਾਰ ਹੈ। ਬਾਵਜੂਦ ਇਸ ਦੇ ਮੋਦੀ ਸਰਕਾਰ ਜਾਂ ਯੋਗੀ ਸਰਕਾਰ ਕੋਈ ਕਾਰਵਾਈ
नहीं कर रही। मोर्चे ने एक बार फिर तो मंग की है कि अजय मिश्रा टेनी नूं मंत्रिमंडल तो बर्खास्त किया जाए ते तुरंत गिरफ्तार किया जाए। मोर्चे ने यह भी बड़ी हैरानी प्रगटाई है कि यूपी पुलिस ने हाले तक संयुक्त किसान मोर्चे के लीडर अते तराई किसान जथेबंदी के मुखी तजिंदर सिंह विरक का बयान दर्ज ही नहीं किया। तजिंदर सिंह विरक उस कतलकांड दे विच जख्मी भी होए सी, हस्पताल दे विच भी दाखिल सी, यानी कि घटना दे विच मौके ते मौजूद सन, पर पुलिस ने उन्हां दा बयान हाले तक नहीं लिया। मोर्चे नूं डर है कि तजिंदर सिंह विरक दे बयान जां होर चशमदीद गवाहां दे बयान दर्ज ना करना इस कतलेआम दे विच लोड़ींदी जांच अते न्याय दे संबंध विच शुरू तो ही प्रगट कीते जा रहे डर दा संकेत दिंदा है कि पुलिस जाण बुझ के अजिहा नहीं करना चाहुंदी, मंत्री नूं ते उसदे पुत्तर नूं बचाउणा चाहुंदी है। सिख कौम के 5 तख्तां दे विचों एक तख्त श्री पटना साहिब कंपलैक्स चों हंगामे की खबर मिली है। तख्त श्री हरमंदर जी पटना साहिब की प्रबंधक कमेटी के प्रधान अवतार सिंह हित दे नाल इत्थे बदसलूकी हुई है। स्टेज के उत्ते बदसलूकी हुई है। अवतार सिंह हित नूं स्टेज तो धक्के मार के हेठां सुट दिता गया। अवतार सिंह हित कमेटी के एक ग्रंथी सिंह अते सुपरडेंट दलजीत सिंह की सेवा मुक्ति मौके उन्होंने सन्मानित करन संबंधी माइक तो कुछ बोल रहे सी, स्टेज तो कुछ बोल रहे सी, तां संगत विच बैठे कुछ व्यक्तियों ने जथेदार हित दे नाल बहसबाजी की ते फिर अचानक स्टेज ते आके माइक खो लिया ते धक्का मुक्की हुई, जिस तो बाद अवतार सिंह हित नूं उन्होंने थले सुट दिता। जानकारी मुताबिक कमेटी के मैंबर राजा सिंह मौके ते स्टेज ते आए ने ते केसरी दस्तार दे विच राजा सिंह ही दिखाई दे रहे ने। अवतार सिंह तो माइक खो के कहन लगे कि तुसी इत्थे बोल नहीं सकदे। जदों हित उन्हां नूं समझाउण लगे तां अवतार सिंह नूं धक्के मारने शुरू कर दिते, स्टेज तो थले सुट दिता। साफ तौर ते तस्वीरां दे विच देखिया जा सकदा है। मौके ते मौजूद संगत ने दस्सिया कि राजा सिंह दे वल्लों इस तरह के कई लोग गुरु घर दे विच लिआंदे गए जो नशे दे आदी सन ते उन्हां दे वाल कट्टे हुए सी। राजा सिंह ने सेवा नियमां अनुसार उम्र पूरी कर चुके कर्मचारियों नूं सेवा मुक्त करन दे लई मीटिंग ना सदे जाण दा बहाना बना के कुछ व्यक्तियों समेत जाणबुझ के हित नाल धक्का मुक्की कीती गई, ये जानकारी मिली। सो इस पूरी घटना तो बाद एसजीपीसी प्रधान बीबी जगीर कौर ने सख्त शब्दों के विच इसकी निखेधी की है, कहा कि बड़ा ही दुखदाई है जो सिख ही सिखां दीआं पग्गां लाउण लग पए ने। महान तख्तां ते इस तरह का अपमान नहीं होना चाहिए। उन्हां लोकां नूं हरजाना भरना पवेगा जिहड़े एक दूसरे दीआं दस्तारां नूं उछालदे ने। सो ये जिहड़ी तख्त श्री पटना साहिब तो सामने आई है, इहदे विच सिख ही आपस दे विच लड़ाई करदे दिखा रहे ने ते कुछ दिन पहलां तख्त श्री केसगढ़ साहिब तो बेअदबी की घटना वापरी सी। सो तख्त साहिबाना दे उत्ते एक किस तरह का माहौल बन गया है, की चल रहा है, कि प्रबंधक ने जिहड़े ओह प्रबंध संभालण दे विच नाकाम हो गए ने। इन्ना जिहड़ा खस्सी प्रबंध हो गया है इन्नियां वड्डियां जिहड़ियां सिख संस्थावां दा, महान तख्तां दा, ये बहुत ही सोचण विचारण वाली ते समझण वाली गल है कि जदों सिख ही सिखां दी पग्गां लाउण लग जाण और खास करके जिम्मेवार शख्सियतां दा, फिर साडे सिੱਖੀ ਦੇ ਵਿੱਚ जो घाण अज हो रहा है वो इस तरह बढ़ता जाएगा। मैं समझदी हाँ कि उन्होंने स्थानों के उत्ते जो तख्त है महान, उन्होंने उत्ते इस तरह का अपमान नहीं होना चाहिए। सानू सारे की इज्जत जी सिख की इज्जत है, ये पग सिख की पग है, ये सत्कार साडा सिख का सत्कार है। इस करके मैं समझदी हाँ कि ये लोगों को बहुत बड़ा अज ये हरजाना देना पवेगा जिहड़ा कि सिख की पग नूं उछाल के अज ये लोगों का निरादर कर रहे। तो सरदार अवतार सिंह जी हित के नाल जो उत्थे घटना वापरी है वो नहीं सी वापरनी चाहिए। जिन्होंने भी किया मैं उन्हें निंदा करती हाँ, तो मैं कहांगी ताड़ना भी करती हाँ कि अगों तो स्टेजां दे उत्ते इहो जी हरकतां ना करो जिन्हां सानूं सारे पीड़ा हो। पंजाब के उप मुख्यमंत्री सुखजिंदर सिंह रंधावा ने शुक्रवार देर रात को भारत पाकिस्तान कौमांतरी सरहद के नाल लगदे पंजाब पुलिस के अमृतसर देहाती बटाला ते गुरदासपुर जिलों के नाकिਆਂ की अचनचेती चैकिंग की। गृह मंत्री रंधावा कौमांतरी सरहद नाल लगदे अजनाला, डेरा बाबा नानक, कलानौर इलाकों के पंजाब पुलिस के नाकिਆਂ की स्थिति का जमीनी पद्धर ते जायजा लैंदिआं पुलिस नूं चौकस रहण दे आदेश देण पहुंचे। उन्होंने कहा कि सुरक्षा अमन कानून के मामले में ढिल बर्दाश्त नहीं की जाएगी। इस मामले में कोताही करने वालों के खिलाफ सख्त कार्रवाई होगी। चैकिंग दौरान उन्होंने पूरी मुस्तैदी नाल ड्यूटी कर रहे पुलिस कर्मियों की पिठ भी थापड़ी ते कहा कि अचनचेत प्रोग्राम उलीकिया सी। इस दौरान जगदेव खुर्द, गागो महल, दरिया मूसा, सिंहपुरा,
ਕੋਨੇਵਾਲਾ ਪੁਲ ਦੇ ਵਿੱਚ ਤੈਨਾਤ ਨਾਕਿਆਂ ਤੇ ਪੁਲਿਸ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾ ਰਹੀ ਸੀ, ਜਿਸ ਤੋਂ ਮੈਂ ਸੰਤੁਸ਼ਟ ਹੋਇਆ। ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ BSF ਦਾ ਦਾਇਰਾ 50 ਕਿਲੋਮੀਟਰ ਤੱਕ ਵਧਾਉਣ ਦੇ ਫੈਸਲੇ ਨਾਲ ਸੂਬਿਆਂ ਦੀਆਂ ਪੁਲਿਸ ਬਲਾਂ ਨੂੰ ਕਮਜ਼ੋਰ ਸਿੱਧ ਕਰਨ ਦੇ ਜਿਹੜੇ ਮਨਸੂਬੇ ਆ ਉਹ ਸਫਲ ਨਹੀਂ ਹੋਣ ਦਿੱਤੇ ਜਾਣਗੇ। ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ, ਜਦੋਂ ਵੀ ਲੋੜ ਪਈ ਤਾਂ ਅਸੀਂ ਹਰ ਕੁਰਬਾਨੀ ਦੇਵਾਂਗੇ, ਇਹ ਦੁਹਰਾਇਆ ਗ੍ਰਹਿ ਮੰਤਰੀ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਕਾਰਨ ਤਬਾਹ ਹੋਏ ਕਿਸਾਨਾਂ ਨੂੰ ਇੱਕ ਝਟਕਾ ਦਿੱਤਾ ਹੈ। ਚੰਨੀ ਨੇ ਨਰਮੇ ਵਾਲੇ ਇਲਾਕੇ ਦੀ ਹੋਈ ਗਿਰਦੌਰੀ ਤੇ ਸਵਾਲ ਚੁੱਕਦਿਆਂ ਮਾਲ ਵਿਭਾਗ ਨੂੰ ਮੁੜ ਚੈਕਿੰਗ ਕਰਨ ਦੀ ਹਦਾਇਤ ਦਿੱਤੀ ਹੈ। ਸਵਾਲ ਉੱਠਦਾ ਹੈ ਕਿ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਕਿਵੇਂ ਮੁਆਵਜ਼ਾ ਦੇਣ ਦੇ ਵਿੱਚ ਕਾਮਯਾਬ ਹੋਏਗੀ ਚੰਨੀ ਸਰਕਾਰ? ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈ ਜਾਂ ਫਿਰ ਸੱਚਮੁੱਚ ਹੀ ਕੋਈ ਘੁਟਾਲਾ ਹੋਇਆ? ਦਰਅਸਲ ਨਰਮੇ ਦੇ ਖਰਾਬੇ ਦੇ ਮਾਮਲੇ ਤੇ ਉੱਚ ਅਧਿਕਾਰੀਆਂ ਦੇ ਨਾਲ ਮੁੱਖ ਮੰਤਰੀ ਨੇ ਮੀਟਿੰਗ ਕੀਤੀ, ਜਿਸ ਦੇ ਵਿੱਚ ਗਿਰਦੌਰੀ ਦੀ ਰਿਪੋਰਟ ਪੇਸ਼ ਕੀਤੀ ਗਈ ਤਾਂ ਮੁੱਖ ਮੰਤਰੀ ਨੇ ਰਿਪੋਰਟ ਤੇ ਉਂਗਲ ਚੁੱਕੀ। ਉਹਨਾਂ ਨੇ ਮਾਲ ਵਿਭਾਗ ਨੂੰ ਗਿਰਦੌਰੀ ਦੀ ਮੁੜ ਚੈਕਿੰਗ ਕਰਨ ਵਾਸਤੇ ਹਦਾਇਤ ਦਿੱਤੀ। ਚੰਨੀ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਬਾਜ਼ਾਰ ਦੇ ਵਿੱਚ ਨਰਮੇ ਦੀ ਫਸਲ ਵੀ ਆ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ 100% ਨਰਮਾ ਤਬਾਹ ਹੋ ਗਿਆ, ਕਿਵੇਂ ਹੋ ਸਕਦਾ ਹੈ? ਹੁਣ ਚੰਨੀ ਜੀ ਦੇ ਨਵੇਂ ਹੁਕਮਾਂ ਦੇ ਮੁਤਾਬਿਕ ਗਿਰਦੌਰੀ ਦੀ ਮੁੜ ਪੜਤਾਲ ਹੈ ਜਿਹੜੀ ਮਾਲ ਮਹਿਕਮੇ ਦੇ ਵੱਲੋਂ ਕਾਨੂੰਗੋਆਂ ਤੋਂ ਕਰਵਾਈ ਜਾਵੇਗੀ। ਦਰਅਸਲ ਨਰਮਾ ਪੱਟੀ ਦੇ ਕੱਲੇ ਮਾਨਸਾ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਗੁਲਾਬੀ ਸੁੰਡੀ ਨੇ ਕਿਸਾਨਾਂ ਦਾ ਕਰੀਬ 3081 ਕਰੋੜ ਦਾ ਵਿੱਤੀ ਨੁਕਸਾਨ ਕਰ ਦਿੱਤਾ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ 100% ਫਸਲ ਖਰਾਬ ਹੋਈ ਹੈ। ਮਾਲ ਵਿਭਾਗ ਪੰਜਾਬ ਨੇ ਪ੍ਰਭਾਵਿਤ ਫਸਲਾਂ ਦੀ ਗਿਰਦੌਰੀ ਕਰਨ ਤੋਂ ਬਾਅਦ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ, ਜਿਹਦੇ ਵਿੱਚ ਪਤਾ ਲੱਗਿਆ ਕਿ ਗੁਲਾਬੀ ਸੁੰਡੀ ਨੇ ਕਿਸਾਨਾਂ ਦੇ 3000 ਕਰੋੜ ਰੁਪਏ ਡਕਾਰ ਲਏ ਨੇ। ਝੋਨੇ ਦੀ ਪਰਾਲੀ ਨੂੰ ਸਾੜਨ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੋਨਾਂ ਦੇ ਵਿੱਚ ਕਿਸਾਨਾਂ ਦਾ ਸਰਕਾਰ ਦੇ ਨਾਲ ਰੇੜਕਾ ਜਿਹੜਾ ਜਾਰੀ ਹੈ। ਪਰਾਲੀ ਨੂੰ ਅੱਗ ਲਾਉਣ ਦੀ ਜਾਣਕਾਰੀ ਮਿਲਣ ਤੇ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਬੰਦਕ ਬਣਾ ਲਿਆ। ਮਾਮਲਾ ਹਰਿਆਣਾ ਦੇ ਫਤਿਹਾਬਾਦ ਦੇ ਹੁਕਮਾਂ ਵਾਲੀ ਪਿੰਡ ਦਾ ਹੈ ਤੇ ਮੁੜ ਪਿੰਡ ਨਾ ਆਉਣ ਦੀਆਂ ਹਦਾਇਤਾਂ ਵੀ ਕਿਸਾਨਾਂ ਨੇ ਇੱਥੇ ਅਧਿਕਾਰੀਆਂ ਨੂੰ ਦੇ ਦਿੱਤੀਆਂ। ਪਿੰਡ ਦਾ ਮੁਆਇਨਾ ਕਰਨ ਪਹੁੰਚੇ ਪਟਵਾਰੀ ਨੇ ਦੱਸਿਆ ਕਿ ਸਾਨੂੰ ਪਿੰਡ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਪਤਾ ਲੱਗਿਆ ਸੀ ਤੇ ਅਸੀਂ ਟ੍ਰੇਸਿੰਗ ਕਰਨ ਦੇ ਲਈ ਇੱਥੇ ਪਹੁੰਚੇ ਸੀ, ਪਰ ਪਿੰਡ ਵਾਸੀਆਂ ਨੇ ਸਾਡਾ ਵਿਰੋਧ ਕੀਤਾ ਅਤੇ ਸਾਨੂੰ ਬੰਦਕ ਬਣਾ ਲਿਆ ਤੇ ਹੁਣ ਮੁੜ ਨਾ ਆਉਣ ਦੀ ਚੇਤਾਵਨੀ ਦੇ ਕੇ ਛੱਡਿਆ ਹੈ। ਉਧਰ ਵਾਤਾਵਰਣ ਮੰਤਰਾਲਾ ਜਿਹੜਾ ਉਹ ਇਹ ਰਿਪੋਰਟ ਦੇ ਰਿਹਾ ਹੈ ਕਿ ਪੰਜਾਬ, ਹਰਿਆਣਾ ਤੇ ਯੂਪੀ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਘਟੇ ਨੇ। ਪੰਜਾਬ, ਹਰਿਆਣਾ, ਯੂਪੀ ਦੇ 8 NCR ਜ਼ਿਲ੍ਹਿਆਂ ਦੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੇ ਵਿੱਚ ਕਮੀ ਹੋਈ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ। ਇਹਨਾਂ ਖੇਤਰਾਂ ਦੇ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਗਿਣਤੀ 15 ਸਤੰਬਰ ਤੋਂ ਲੈ ਕੇ ਹੁਣ ਤੱਕ ਦੇ ਹਫ਼ਤੇ ਵਿੱਚ ਘਟ ਗਈ ਹੈ। ਪਰਾਲੀ ਸਾੜਨ ਕਾਰਨ ਪੈਦਾ ਹੋਇਆ ਧੂਆਂ ਰਾਜਧਾਨੀ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦੇ ਪ੍ਰਮੁੱਖ ਜ਼ਿੰਮੇਦਾਰ ਕਾਰਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਰਵਿੰਦ ਕੇਜਰੀਵਾਲ ਲਗਾਤਾਰ ਇਸ ਦਾ ਰੌਲਾ ਜਿਹੜਾ ਉਹ ਪਾਉਂਦੇ ਰਹਿੰਦੇ ਨੇ। ਮੰਤਰਾਲੇ ਨੇ ਦੱਸਿਆ ਕਿ 1 ਮਹੀਨੇ ਦੇ ਵਿੱਚ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 69.49%, ਹਰਿਆਣਾ ਦੇ ਵਿੱਚ 18.28% ਤੇ ਯੂਪੀ ਦੇ 8 NCR ਜ਼ਿਲ੍ਹਿਆਂ ਦੇ ਵਿੱਚ 47.61% ਘੱਟ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਮੈਂ ਬਹੁਤ ਬਿਜ਼ੀ ਹਾਂ। ਇਹ ਤਸਵੀਰ ਹੈ ਜਿਹੜੀ ਉਹ ਬੋਲਦੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਤਸਵੀਰ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਹੈ, ਲੋਕ ਸੰਪਰਕ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਆਪਣੇ ਹੈਲੀਕਾਪਟਰ ਦੇ ਵਿੱਚ ਬੈਠੇ ਨੇ। ਮੂਰੇ ਫਾਈਲਾਂ ਦਾ ਥੱਬਾ ਜਿਹੜਾ ਉਹ ਰੱਖਿਆ ਹੋਇਆ ਤੇ ਚਰਨਜੀਤ ਸਿੰਘ ਚੰਨੀ ਖੱਬੇ ਹੱਥ ਦੇ ਨਾਲ ਸਿਗਨੇਚਰ ਕਰ ਰਹੇ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਖਬਚੂ ਨੇ। ਸੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇਹ ਤਸਵੀਰ ਲੋਕ ਸੰਪਰਕ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਤਾਂ ਇਹ ਅਖਬਾਰਾਂ ਦੀਆਂ ਖਬਰਾਂ ਵੀ ਬਣ ਗਈ ਅਤੇ ਲੋਕਾਂ ਦੇ ਲਈ ਇਹ ਮਨੋਰੰਜਨ ਦਾ ਸਾਧਨ ਵੀ ਬਣ ਗਈ। ਕਈ ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਪਾਸੇ ਤਸਵੀਰ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਤਸਵੀਰ, ਦੋਵਾਂ ਨੂੰ ਜੋੜ ਕੇ ਕਮੈਂਟ ਕੀਤੇ ਗਏ ਕਿ ਦੋਵੇਂ ਆਪੋ ਆਪਣੇ ਕੰਮਾਂ ਦੇ ਵਿੱਚ ਇੰਨੇ ਕੁ ਮਸ਼ਰੂਫ ਨੇ। ਤੇ ਇਹ ਸਵਾਲ ਵੀ ਚੱਕੇ ਗਏ ਕਈ ਲੋਕਾਂ ਦੇ ਵੱਲੋਂ ਕਿ ਦੋਵਾਂ ਦੇ ਵੱਲੋਂ ਆਪਣੇ ਨਾਲ ਕੀ ਹਮੇਸ਼ਾ ਫੋਟੋਗ੍ਰਾਫਰ ਰੱਖਿਆ ਜਾਂਦਾ ਹੈ ਕਿ ਕੋਈ ਵੀ ਕੰਮ ਕਰਦੇ ਨੇ ਤੇ ਉਹ ਫੋਟੋ ਖਿੱਚ ਲੈਂਦੇ ਨੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਗਈਆਂ, ਪਰ ਇਸ ਤਸਵੀਰ ਦੇ ਰਾਹੀਂ ਪੰਜਾਬ ਸਰਕਾਰ ਕੀ ਦਿਖਾਉਣਾ ਚਾਹੁੰਦੀ ਸੀ ਉਹ ਇਹੀ ਮਕਸਦ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸਿਰ ਖੁਰਕਣ ਦੀ ਵੇਲ ਨਹੀਂ ਹੈ। ਉਹ ਯਾਤਰਾ ਦੇ ਸਮੇਂ ਦੇ ਵਿੱਚ ਵੀ ਕੰਮ ਕਰਦੇ ਰਹਿੰਦੇ ਨੇ, ਕਿਉਂਕਿ ਪੰਜਾਬ ਦੇ ਵਿੱਚ ਚਾਹੇ ਉਹਨਾਂ ਨੇ ਪੰਜਾਬ 'ਚ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਹੈ, ਚਾਹੇ ਉਹਨਾਂ ਨੇ ਪੰਜਾਬ ਤੋਂ ਜਿਹੜਾ ਹੈਗਾ ਦੂਸਰੇ ਸੂਬੇ ਦੇ ਵਿੱਚ ਜਾਣਾ ਹੈ, ਟਾਈਮ ਕੋਈ ਜ਼ਿਆਦਾ ਨਹੀਂ ਲੱਗਦਾ ਜੇ ਤੁਸੀਂ ਹਵਾਈ ਯਾਤਰਾ ਕਰਦੇ ਹੋ। ਮਹਿਜ਼ 40 ਜਾਂ ਫਿਰ 50 ਮਿੰਟ ਦਾ ਸਮਾਂ ਲੱਗਦਾ ਹੈ, ਕਈ ਵਾਰ ਤਾਂ ਇਸ ਤੋਂ ਵੀ ਘੱਟ ਲੱਗਦਾ ਹੁੰਦਾ ਹੈ। ਯਾਨੀ ਕਿ ਇੰਨੇ ਕੁ ਸਮੇਂ ਦੇ ਵਿੱਚ ਵੀ ਮੁੱਖ ਮੰਤਰੀ ਚੰਨੀ ਨੇ ਜਿਹੜੇ ਉਹ ਆਰਾਮ ਦੇ ਨਾਲ ਨਹੀਂ ਬਹਿੰਦੇ, ਪੰਜਾਬ ਦੇ ਲੋਕਾਂ ਦੇ ਲਈ ਪੂਰਾ ਜਿਹੜਾ ਕੰਮ ਕਰ ਰਹੇ ਨੇ। ਤਸਵੀਰਾਂ ਦੇ ਵਿੱਚ ਇਹ ਸੁਨੇਹਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਚੰਨੀ ਬਿਨਾਂ ਕੰਮ ਤੋਂ ਕੋਈ ਵੀ ਪਲ ਹੈ ਜਿਹੜਾ ਉਹ ਨਹੀਂ ਗੁਆ ਰਹੇ। ਦੇਰ ਸ਼ਾਮ
ਤੱਕ ਵੀ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਬੈਠੇ ਰਹਿੰਦੇ ਨੇ, ਇਹ ਵੀ ਜਾਣਕਾਰੀ ਮਿਲੀ ਹੈ। ਤੇ ਮੁੱਖ ਮੰਤਰੀ ਚੰਨੀ ਆਪ ਵੀ ਕਈ ਵਾਰੀ ਕਹਿੰਦੇ ਨੇ ਕਿ ਮੈਂ ਰਾਤ ਨੂੰ 2:30 ਵਜੇ ਤੱਕ ਮੀਟਿੰਗ ਕੀਤੀ, 3 ਵਜੇ ਤੱਕ ਮੀਟਿੰਗ ਕੀਤੀ ਤੇ ਕਾਫੀ ਚੰਗੀ ਛਵੀ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਬਣਾ ਰਹੇ ਨੇ। ਪਰ ਕੰਮ ਹੈ ਜਿਹੜੇ ਜਦੋਂ ਹੋਣਗੇ, ਜਦੋਂ ਕੰਮ ਬੋਲਣਗੇ, ਉਦੋਂ ਹੀ ਲੋਕ ਮੰਨਣਗੇ ਕਿ ਹਕੀਕਤ ਦੇ ਵਿੱਚ ਕੁਝ ਹੋਇਆ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਸਾਹਿਬ ਦੇ ਵੱਲੋਂ BSF ਦਾ ਪੰਜਾਬ ਦੇ ਵਿੱਚ ਅਧਿਕਾਰ ਖੇਤਰ ਵਧਾਉਣ ਵਾਲੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤੇ ਜਾਣ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ 2016 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ BSF ਅਤੇ ਪਾਕਿਸਤਾਨੀ ਰੇਂਜਰ ਦੇ ਵਿਚਾਲੇ ਗੱਠਜੋੜ ਹੈ ਜਿਸ ਨੂੰ ਤੋੜਨ ਦੀ ਲੋੜ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਉਸ ਵੇਲੇ ਕੀਤੇ ਵਾਅਦੇ ਦਾ ਜਵਾਬ ਦੇਣ, ਯਾਨੀ ਕਿ ਰੰਧਾਵਾ ਨੇ ਕੈਪਟਨ ਨੂੰ ਪੁਰਾਣਾ ਵਾਅਦਾ ਯਾਦ ਕਰਵਾਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਵਾਪਸ ਲੈ ਲਿਆ ਜਾਂ ਫਿਰ ਹਾਈ ਕਮਾਂਡ ਨੇ ਅਸਤੀਫਾ ਜਿਹੜਾ ਰਿਜੈਕਟ ਕਰ ਦਿੱਤਾ ਹੈ, ਰੱਦ ਕਰ ਦਿੱਤਾ ਹੈ, ਇਸ ਬਾਰੇ ਕੋਈ ਵੀ ਤਸਵੀਰ ਹੈ ਜਿਹੜੀ ਉਹ ਸਾਫ਼ ਨਹੀਂ ਹੋ ਪਾ ਰਹੀ। ਅਸੀਂ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਦੋਨਾਂ ਗੱਲਾਂ ਦੇ ਵਿੱਚੋਂ ਸਹੀ ਗੱਲ ਕਿਹੜੀ ਹੈ, ਪਰ ਸੰਪਰਕ ਨਹੀਂ ਹੋ ਪਾਇਆ ਜਾਂ ਕਹਿ ਲਈਏ ਕਿ ਜਵਾਬ ਨਹੀਂ ਦਿੱਤਾ ਗਿਆ। ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਦੇ ਨਾਲ ਦਿੱਲੀ ਦੇ ਵਿੱਚ ਬੈਠਕ ਹੋਈ। ਉਸ ਤੋਂ ਬਾਅਦ ਮੀਡੀਆ ਨੂੰ ਉਹਨਾਂ ਨੇ ਸੰਬੋਧਨ ਕੀਤਾ ਤਾਂ ਮੀਡੀਆ ਨੂੰ ਇਹੀ ਜਾਣਕਾਰੀ ਦਿੱਤੀ ਕਿ ਰਾਹੁਲ ਗਾਂਧੀ ਦੇ ਨਾਲ ਮੈਂ ਪੰਜਾਬ ਦੇ ਜਿਹੜੇ ਸਾਰੇ ਮੁੱਦੇ ਨੇ ਉਹ ਚੁੱਕੇ ਨੇ ਜਿਨ੍ਹਾਂ ਤੇ ਮੈਨੂੰ ਤਕਲੀਫ ਹੋ ਰਹੀ ਹੈ ਤੇ ਰਾਹੁਲ ਗਾਂਧੀ ਨੇ ਸਾਰੇ ਮੁੱਦੇ ਸੁਲਝਾਉਣ ਦਾ ਜਿਹੜਾ ਦਾਅਵਾ ਵੀ ਕੀਤਾ ਹੈ। ਪੱਤਰਕਾਰਾਂ ਨੇ ਸਿੱਧਾ ਪੁੱਛਿਆ ਕਿ ਕੀ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹੋਗੇ ਤਾਂ ਨਵਜੋਤ ਸਿੰਘ ਸਿੱਧੂ ਨੇ ਗੋਲਮੋਲ ਜਿਹਾ ਉੱਤਰ ਦਿੱਤਾ ਕਿ ਸਭ ਕੁਝ ਤੁਹਾਡੇ ਸਾਹਮਣੇ ਹੈ। ਹਾਲਾਂਕਿ ਅਖਬਾਰਾਂ ਦੇ ਵਿੱਚ ਖਬਰਾਂ ਵੀ ਆ ਚੁੱਕੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ, ਪਰ ਨਵਜੋਤ ਸਿੰਘ ਸਿੱਧੂ ਅਧਿਕਾਰਿਕ ਤੌਰ ਤੇ ਇਸ ਬਾਰੇ ਕੁਝ ਵੀ ਬੋਲਣ ਤੋਂ ਭੱਜ ਕਿਉਂ ਰਹੇ ਨੇ, ਕੁਝ ਵੀ ਬੋਲਣ ਤੋਂ ਜਿਹੜਾ ਹੈਗਾ ਕਤਰਾ ਕਿਉਂ ਰਹੇ ਨੇ, ਇਸ ਗੱਲ ਦੀ ਸਮਝ ਹੈ ਉਹ ਨਹੀਂ ਕਿਸੇ ਨੂੰ ਆ ਰਹੀ। ਪਰ ਜਿਹੜਾ ਅਖਬਾਰਾਂ ਨੇ ਲਿਖਿਆ ਹੈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਹਵਾਲੇ ਦੇ ਨਾਲ ਕਿ ਨਵਜੋਤ ਸਿੰਘ ਸਿੱਧੂ ਆਪਣੇ ਅਹੁਦੇ ਤੇ ਬਣੇ ਰਹਿਣਗੇ, ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਨਗੇ ਤੇ ਇਹ ਬਿਆਨ ਦੇਣ ਤੋਂ ਬਾਅਦ ਸ਼ਨੀਵਾਰ ਦਾ ਪੂਰਾ ਦਿਨ ਦੇਖ ਲਈਏ ਤਾਂ ਨਵਜੋਤ ਸਿੰਘ ਸਿੱਧੂ ਨੇ ਕੋਈ ਸਰਗਰਮੀ ਨਹੀਂ ਦਿਖਾਈ, ਨਾ ही ट्विटर ਦੇ ਉੱਤੇ ਆਪਣਾ ਕੋਈ ਪ੍ਰਤੀਕਰਮ ਦਿੱਤਾ ਹੈ। सिद्धू सर ही कंसर्न थे, मैंने राहुल जी के साथ वो शेयर किए हैं सर, सामने वो सब सॉर्ट आउट। सर आप क्या बने रहेंगे? अध्यक्ष बने रहेंगे आप? सर पद पर बने रहेंगे आप? आपका इस्तीफा नामंजूर हो गया सिद्धू जी। सिद्धू सर, जवाब दीजिए। सिद्धू सर, मैं जो कर रहा हूँ आपके सामने। ਛੱਤੀਸਗੜ੍ਹ ਤੋਂ ਵੱਡੇ ਹਾਦਸੇ ਦੀ ਖਬਰ ਹੈ ਜਿੱਥੇ CRP ਦੀ ਵਿਸ਼ੇਸ਼ ਰੇਲ ਗੱਡੀ ਦੇ ਵਿੱਚ ਧਮਾਕਾ ਹੋਇਆ ਤੇ 4 ਜਵਾਨ ਜ਼ਖਮੀ ਹੋ ਗਏ। ਛੱਤੀਸਗੜ੍ਹ ਦੇ ਰਾਏਪੁਰ ਰੇਲਵੇ ਸਟੇਸ਼ਨ ਤੇ ਇਹ ਹਾਦਸਾ ਵਾਪਰਿਆ ਹੈ। ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਵਿਸ਼ੇਸ਼ ਰੇਲ ਗੱਡੀ ਦੇ ਵਿੱਚ ਇਹ ਧਮਾਕਾ ਹੋਇਆ ਹੈ। ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਰਾਏਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਸਵੇਰੇ ਰਾਏਪੁਰ ਰੇਲਵੇ ਸਟੇਸ਼ਨ ਤੇ ਝਾਰਸੁਗੜਾ ਤੋਂ ਜੰਮੂ ਤਵੀ ਜਾ ਰਹੀ ਵਿਸ਼ੇਸ਼ ਰੇਲ ਗੱਡੀ ਦੇ ਵਿੱਚ ਸਮਾਨ ਰੱਖਣ ਦੌਰਾਨ ਇਹ ਧਮਾਕਾ ਹੋਇਆ ਹੈ। ਸ਼ਨੀਵਾਰ ਨੂੰ ਫਿਰ ਪੈਟਰੋਲ ਤੇ ਡੀਜ਼ਲ ਦੇ ਭਾਅ ਦੇ ਵਿੱਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ। ਦਿੱਲੀ ਦੇ ਵਿੱਚ ਪੈਟਰੋਲ ਹੁਣ 105 ਰੁਪਏ 49 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ। ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਤੋਂ ਖਬਰ ਹੈ ਜਿੱਥੇ ਡੱਬੇ ਸਮੇਤ ਮਠਿਆਈਆਂ ਤੋਲਣ ਜਾਂ ਵੇਚਣ ਤੇ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ, ਯਾਨੀ ਕਿ ਮਠਿਆਈਆਂ ਡੱਬੇ ਦੇ ਵਿੱਚ ਪਾ ਕੇ ਨਹੀਂ ਤੋਲੀਆਂ ਜਾਣਗੀਆਂ, ਨਾ ਹੀ ਵੇਚੀਆਂ ਜਾਣਗੀਆਂ। ਜ਼ਿਲ੍ਹਾ ਮੈਜਿਸਟ੍ਰੇਟ ਮਹਿੰਦਰਪਾਲ ਨੇ ਹੁਕਮ ਸੁਣਾਏ ਨੇ। ਉਹਨਾਂ ਨੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਲਿਆ ਹੈ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਦੁਕਾਨਦਾਰ ਡੱਬੇ ਸਮੇਤ ਮਠਿਆਈਆਂ ਤੋਲ ਜਾਂ ਵੇਚ ਨਹੀਂ ਸਕਣਗੇ। ਦਰਅਸਲ ਤਿਉਹਾਰਾਂ ਦੇ ਮੌਕੇ ਵੱਡੀ ਪੱਧਰ ਤੇ ਲੋਕ ਮਠਿਆਈਆਂ ਖਰੀਦਦੇ ਨੇ ਤੇ ਤਿਉਹਾਰਾਂ ਦੇ ਮੌਕੇ ਹੀ ਇਹ ਜਿਹੜਾ ਨਵਾਂ ਹੁਕਮ ਹੈ ਜਿਹੜਾ ਲਾਗੂ ਕੀਤਾ ਗਿਆ ਹੈ। ਮਹਿੰਦਰਪਾਲ ਨੇ ਕਿਹਾ ਕਿ ਦੁਕਾਨਦਾਰ ਅਜਿਹਾ ਕਰਕੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ। ਡੱਬੇ ਦਾ ਭਾਰ ਹੈ ਜਿਹੜਾ ਉਹ ਕਾਫੀ ਹੁੰਦਾ, ਕੋਈ ਥੋੜਾ ਨਹੀਂ ਹੁੰਦਾ ਤੇ ਡੱਬੇ ਦੇ ਵਿੱਚ ਪਾ ਕੇ ਮਠਿਆਈ ਜਦੋਂ ਤੋਲੀ ਜਾਂਦੀ ਹੈ ਤੇ ਲੋਕਾਂ ਦਾ ਸ਼ੋਸ਼ਣ ਹੈ। ਇਸ ਕਰਕੇ ਇਹ ਜਿਹੜਾ ਹੁਕਮ ਜਿਹੜਾ ਲਾਗੂ ਕੀਤਾ ਗਿਆ 6 ਨਵੰਬਰ 2021 ਤੱਕ ਲਾਗੂ ਰਹੇਗਾ। 16 ਅਕਤੂਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਭੋਜਨ ਦਿਵਸ ਮਨਾਇਆ ਜਾਂਦਾ ਹੈ ਤੇ ਭੋਜਨ ਦਿਵਸ ਤੋਂ 1-2 ਦਿਨ ਪਹਿਲਾਂ ਜਿਹੜਾ ਹੰਗਰ ਇੰਡੈਕਸ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਭਾਰਤ ਦਾ ਸ਼ਰਮਨਾਕ ਸਥਾਨ ਸਾਹਮਣੇ ਆਇਆ ਹੈ। ਸੂਚੀ ਦੇ ਵਿੱਚ ਭਾਰਤ ਦਾ ਥਾਂ ਹੈ 107ਵੇਂ ਨੰਬਰ ਤੇ ਆਇਆ ਤੇ ਭਾਰਤ ਭੁੱਖਮਰੀ ਦੇ ਮਾਮਲੇ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਤੋਂ ਵੀ ਥੱਲੇ ਹੈ। ਹਾਲਾਂਕਿ ਭਾਰਤ ਸਰਕਾਰ ਨੇ ਇਹ ਕਹਿ ਦਿੱਤਾ ਹੈ ਕਿ ਜਿਹੜਾ ਇਹ ਇੰਡੈਕਸ ਜਾਰੀ ਕੀਤਾ ਗਿਆ, ਹੰਗਰ ਇੰਡੈਕਸ ਜਾਰੀ ਕੀਤਾ ਗਿਆ ਹੈ, ਇਸ ਦੀ ਕੋਈ ਵਿਗਿਆਨਿਕ ਪ੍ਰਣਾਲੀ ਨਹੀਂ ਅਪਣਾਈ ਗਈ ਹੈ, ਇਸ ਦੇ ਅੰਕੜੇ ਬਿਲਕੁਲ ਸਹੀ ਨਹੀਂ ਹੈਗੇ, ਇਹ ਕਹਿ ਕੇ ਰੱਦ ਕਰ ਦਿੱਤਾ ਗਿਆ। ਪਰ ਕਿਸਾਨ ਮੋਰਚੇ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ।
ਕਿਸਾਨ ਮੋਰਚੇ ਨੇ ਕਿਹਾ ਕਿ ਅਨਾਜ, ਦੁੱਧ, ਫਲਾਂ ਤੇ ਸਬਜ਼ੀਆਂ ਦੇ ਰਿਕਾਰਡ ਉਤਪਾਦਨ, ਮੱਛੀ ਪਾਲਣ ਦੇ ਉਤਪਾਦਾਂ ਬਾਰੇ ਸ਼ੇਖੀ ਮਾਰਨ ਦੇ ਬਾਵਜੂਦ ਭਾਰਤ ਸ਼ਰਮਨਾਕ ਤਰੀਕੇ ਨਾਲ ਵਿਸ਼ਵ ਭੁੱਖ ਦੀ ਦਰਜਾਬੰਦੀ ਦੇ ਵਿੱਚ ਪਿਛਲੇ ਸਾਲ 107 ਦੇ ਵਿੱਚੋਂ 94 ਦੇ ਮੁਕਾਬਲੇ 116 ਦੇ ਵਿੱਚੋਂ 101ਵੇਂ ਸਥਾਨ ਤੇ ਹੋਰ ਅੱਗੇ ਖਿਸਕ ਗਿਆ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਭੁੱਖ ਅਤੇ ਕੁਪੋਸ਼ਣ ਜਿਹੜਾ ਫੈਲ ਰਿਹਾ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਹੜੀ ਇਹ ਰੈਂਕਿੰਗ ਹੈ ਉਸ ਤੇ ਵੀ ਸਵਾਲ ਨਹੀਂ ਚੁੱਕੇ ਜਾ ਸਕਦੇ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਚੁੱਕ ਰਹੀ ਹੈ। ਭਾਰਤ ਸਰਕਾਰ ਨੂੰ ਇਸ ਸੱਚਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਤੇ ਹਾਲਾਤ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਨੇ ਬੜਾ ਅਹਿਮ ਨੁਕਤਾ ਦੱਸਿਆ ਹੈ ਕਿ ਉਤਪਾਦਨ ਪੂਰਾ ਹੋ ਰਿਹਾ ਹੈ ਪਰ ਜਿਹੜੇ ਜਨਤਕ ਭੰਡਾਰ ਨੇ ਉਹਨਾਂ ਦੇ ਵਿੱਚੋਂ ਲੋੜਵੰਦਾਂ ਤੱਕ ਭੋਜਨ ਪਹੁੰਚ ਹੀ ਨਹੀਂ ਰਿਹਾ। ਇਸ ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ। ਉਤਪਾਦਨ ਦੀ ਕੋਈ ਕਮੀ ਨਹੀਂ ਹੈ। ਭਾਰਤ ਤਾਂ ਦੂਸਰੇ ਦੇਸ਼ਾਂ ਤੱਕ ਆਪਣੇ ਭੋਜਨ ਦੇ ਪਦਾਰਥ ਭੇਜਦਾ ਹੈ ਤਾਂ ਫਿਰ ਭਾਰਤ ਦੇ ਵਿੱਚ ਲੋਕ ਭੁੱਖੇ ਮਰ ਜਾਣੇ ਤਾਂ ਇੱਕ ਲਾਨਤ ਵਰਗਾ ਹੋ ਗਿਆ। ਕਿਸਾਨਾਂ ਨੇ ਕਿਹਾ ਹੈ ਕਿ ਉਤਪਾਦਨ ਨੂੰ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੰਡਿਆ ਜਾਵੇ। ਇਹ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਜਿਹੜਾ ਜ਼ਰੂਰੀ ਵੀ ਹੈ। ਪੰਜਾਬ ਦੇ ਵਿੱਚ ਡੇਂਗੂ ਦੀ ਬਿਮਾਰੀ ਲਗਾਤਾਰ ਵੱਧ ਰਹੀ ਹੈ। 5 ਜ਼ਿਲ੍ਹੇ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਨੇ। ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ, ਅੰਮ੍ਰਿਤਸਰ ਅਤੇ ਮੋਹਾਲੀ ਦੇ ਵਿੱਚ ਡੇਂਗੂ ਦੇ ਮਾਮਲੇ ਨੇ ਜਿਹੜੇ ਜ਼ਿਆਦਾ ਸਾਹਮਣੇ ਆ ਰਹੇ ਨੇ। ਡਾਕਟਰ ਦੇ ਨਾਲ ਗੱਲਬਾਤ ਤੋਂ ਬਾਅਦ ਕੁਝ ਜਿਹੜੇ ਬਚਾਅ ਤੇ ਰੋਕਥਾਮ ਦੇ ਜਿਹੜੇ ਸਾਧਨ ਨੇ ਉਹ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ। ਡੇਂਗੂ ਤੋਂ ਬਚਾਅ ਲਈ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਡੰਗ ਤੋਂ ਬਚਣਾ ਜ਼ਰੂਰੀ ਹੈ। ਯਾਨੀ ਕਿ ਕੋਈ ਵੀ ਮੱਛਰ ਸਾਨੂੰ ਨਹੀਂ ਪਤਾ ਹੁੰਦਾ ਕਿ ਡੇਂਗੂ ਕਿਹੜੇ ਮੱਛਰ ਤੋਂ ਫੈਲੂਗਾ। ਸੋ ਮੱਛਰਾਂ ਤੋਂ ਬਚਾਅ ਜ਼ਰੂਰੀ ਹੈ। ਸਮੇਂ-ਸਮੇਂ ਤੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਡੇਂਗੂ ਫੈਲਾਉਣ ਵਾਲਾ ਮੱਛਰ ਹੈ ਜਿਹੜਾ ਉਹ ਖੜੇ ਪਾਣੀ ਤੇ ਪੈਦਾ ਹੁੰਦਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਘਰਾਂ ਦੇ ਵਿੱਚ ਜਿਹੜਾ ਪਾਣੀ ਸਾਡਾ ਸਟੋਰ ਹੁੰਦਾ ਹੈ ਉਸ ਨੂੰ ਢੱਕ ਕੇ ਰੱਖਿਆ ਜਾਵੇ। ਸਮੇਂ-ਸਮੇਂ ਤੇ ਕੂਲਰ, ਗਮਲਿਆਂ ਦੇ ਵਿੱਚ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋਵੇ। ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨੇ ਜਾਣ ਤਾਂ ਕਿ ਮੱਛਰ ਹੈ ਜਿਹੜਾ ਉਹ ਕੱਟ ਨਾ ਸਕੇ। ਤੇ ਡੇਂਗੂ ਵਾਲਾ ਮੱਛਰ ਹੈ ਜਿਹੜਾ ਜ਼ਿਆਦਾਤਰ ਦਿਨ ਦੇ ਵਿੱਚ ਕੱਟਦਾ ਹੁੰਦਾ ਹੈ। ਜੇਕਰ ਘਰ ਦੇ ਵਿੱਚ ਰੌਸ਼ਨੀ ਜ਼ਿਆਦਾ ਹੈ ਤਾਂ ਰਾਤ ਵੇਲੇ ਵੀ ਮੱਛਰ ਕੱਟ ਸਕਦਾ ਹੈ। ਇਸ ਲਈ ਬਚਾਅ ਲਈ ਪੂਰੇ ਕੱਪੜੇ ਨੇ ਜਿਹੜੇ ਉਹ ਪਹਿਨਣੇ ਚਾਹੀਦੇ ਨੇ ਤੇ ਜਿੱਥੇ ਲੋੜ ਹੋਵੇ ਤਾਂ ਮੱਛਰਦਾਨੀ ਦੀ ਵਰਤੋਂ ਜ਼ਰੂਰ ਕਰੋ। ਯਾਤਰਾ ਦੇ ਨਾਲ ਜੁੜੀ ਆਸਟ੍ਰੇਲੀਆ ਤੋਂ ਹੀ ਖਬਰ ਹੈ ਜਿੱਥੇ ਆਖਿਰਕਾਰ ਐਲਾਨ ਕਰ ਹੀ ਦਿੱਤਾ ਗਿਆ ਹੈ ਉੱਥੋਂ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੇ ਵੱਲੋਂ ਕਿ 80% ਟੀਕਾਕਰਨ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਏਗਾ। ਤਾਂ ਉਸ ਤੋਂ ਬਾਅਦ 1 ਨਵੰਬਰ ਤੋਂ ਉਡਾਣਾਂ ਖੋਲ ਦਿੱਤੀਆਂ ਜਾਣਗੀਆਂ। ਕੌਮਾਂਤਰੀ ਸਰਹੱਦਾਂ ਖੋਲ ਦਿੱਤੀਆਂ ਜਾਣਗੀਆਂ। ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਫਸੇ ਹੋਏ ਆਸਟ੍ਰੇਲੀਆ ਦੇ ਨਾਗਰਿਕ ਨੇ ਜਾਂ ਫਿਰ ਪੱਕੇ ਨਿਵਾਸੀ ਹੈਗੇ ਨੇ ਉਹਨਾਂ ਨੂੰ ਹੁਣ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਮਿਲ ਜਾਏਗੀ। ਪਰ ਜਿਹੜੇ ਦੋਵੇਂ ਡੋਜ਼ਸ ਨੇ ਟੀਕੇ ਦੀਆਂ ਉਹ ਲੱਗੀਆਂ ਹੋਣੀਆਂ ਜ਼ਰੂਰੀ ਨੇ। ਇਸ ਦੇ ਨਾਲ ਹੀ ਜਿਹੜੇ ਦੂਸਰੇ ਦੇਸ਼ਾਂ ਤੋਂ ਜਾਣ ਵਾਲੇ ਟੂਰਿਸਟ ਹੈਗੇ ਨੇ ਜਾਂ ਫਿਰ ਵਿਦਿਆਰਥੀ ਵੀਜ਼ੇ ਵਾਲੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਹੌਲੀ-ਹੌਲੀ ਇਜਾਜ਼ਤ ਹੈ ਜਿਹੜੀ ਨਵੰਬਰ ਮਹੀਨੇ ਦੇ ਵਿੱਚ ਦੇ ਦਿੱਤੀ ਜਾਏਗੀ। ਸਕਾਟ ਮੋਰਿਸਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਜਦੋਂ ਲੋਕਾਂ ਨੂੰ ਆਪਸ ਦੇ ਵਿੱਚ ਮਿਲਾਉਣ ਦੀ ਲੋੜ ਹੈ ਜਿਹੜੇ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਨੇ ਅਤੇ ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਦੀ ਲੋੜ ਹੈ। ਨਾਲ ਹੀ ਸਕਾਟ ਮੋਰਿਸਨ ਨੇ ਇਹ ਵੀ ਕਿਹਾ ਹੈ ਕਿ ਮਾਤਾ-ਪਿਤਾ ਹੈਗੇ ਨੇ ਜਿਹੜੇ ਇੱਥੇ ਵਸਦੇ ਲੋਕਾਂ ਦੇ ਉਹਨਾਂ ਨੂੰ ਐਮਰਜੈਂਸੀ ਵੀਜ਼ੇ ਨੇ ਜਿਹੜੇ ਉਹ ਦਿੱਤੇ ਜਾਣਗੇ। ਉਹਨਾਂ ਨੂੰ ਜ਼ਰੂਰੀ ਵੀਜ਼ਿਆਂ ਦੀ ਕੈਟਾਗਰੀ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਅਤੇ ਜਿਹੜਾ 80% ਟੀਕਾਕਰਨ ਉਸ ਤੋਂ ਪਹਿਲਾਂ ਹੋਣਾ ਜ਼ਰੂਰੀ ਹੈ ਆਸਟ੍ਰੇਲੀਆ ਦੇ ਵਿੱਚ। ਦਿੱਲੀ ਦੇ ਵਿੱਚ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਕਾਂਗਰਸ ਦਾ ਹਰ ਮੈਂਬਰ ਚਾਹੁੰਦਾ ਹੈ ਕਿ ਪਾਰਟੀ ਸੁਰਜੀਤ ਹੋਵੇ ਪਰ ਇਸ ਲਈ ਏਕਤਾ ਤੇ ਪਾਰਟੀ ਹਿੱਤਾਂ ਨੂੰ ਸਭ ਤੋਂ ਉੱਤੇ ਰੱਖਣ ਦੀ ਲੋੜ ਹੈ। ਪਾਰਟੀ ਦੇ ਅੰਦਰ ਬਗਾਵਤੀ ਸੁਰਾਂ ਵਾਲਾ ਜਿਹੜਾ ਗਰੁੱਪ 23 ਹੈ ਉਸ ਨੂੰ ਸਖਤ ਲਹਿਜੇ ਦੇ ਵਿੱਚ ਸੰਕੇਤ ਦਿੱਤੇ। ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਹਮੇਸ਼ਾ ਸਪਸ਼ਟਤਾ ਦੀ ਪ੍ਰਸ਼ੰਸਕ ਰਹੀ ਹਾਂ। ਮੈਨੂੰ ਮੀਡੀਆ ਰਾਹੀਂ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ। ਮੀਡੀਆ ਰਾਹੀਂ ਗੱਲ ਨਾ ਕਰੋ, ਮੇਰੇ ਨਾਲ ਸਿੱਧੀ ਗੱਲ ਕਰੋ। ਮੈਂ ਕਾਂਗਰਸ ਦੀ ਪ੍ਰਧਾਨ ਹਾਂ ਤੇ ਮੈਂ ਪਾਰਟੀ ਦੀ ਸਥਾਈ ਤੇ ਸਰਗਰਮ ਪ੍ਰਧਾਨ ਹਾਂ। ਮੈਂ ਹੀ ਪ੍ਰਧਾਨ ਹਾਂ। ਉਹਨਾਂ ਨੂੰ ਵਾਰੀ-ਵਾਰੀ ਇਹ ਕਹਿਣਾ ਪਿਆ। ਉਹਨਾਂ ਕਿਹਾ ਕਿ ਪਾਰਟੀ ਨੇ 30 ਜੂਨ ਤੱਕ ਕਾਂਗਰਸ ਦੇ ਨਿਯਮਤ ਪ੍ਰਧਾਨ ਦੀ ਚੋਣ ਲਈ ਰੂਪਰੇਖਾ ਤਿਆਰ ਕੀਤੀ ਸੀ ਪਰ ਕੋਵਿਡ ਦੀ ਦੂਸਰੀ ਲਹਿਰ ਕਾਰਨ ਇਸ ਦੀ ਮਿਆਦ ਅਣਮਿੱਥੇ ਸਮੇਂ ਲਈ ਵਧਾਉਣੀ ਪਈ ਸੀ। ਲਖੀਮਪੁਰ ਖੀਰੀ ਕਤਲकांड ਬਾਰੇ ਵੀ ਬਿਆਨ ਦਿੱਤਾ ਗਿਆ ਕਿ ਹੈਰਾਨ ਕਰਨ ਵਾਲੀਆਂ ਘਟਨਾਵਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਨੇ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਕਿਸ ਤਰੀਕੇ ਦੇ ਨਾਲ ਲੈਂਦੀ ਹੈ, ਕਿਵੇਂ ਦੁਸ਼ਮਣੀ ਵਾਲਾ ਰਵੱਈਆ ਅਪਣਾਇਆ ਹੋਇਆ ਕਿ ਮੋਦੀ ਦੇ ਮੂੰਹ ਚੋਂ ਇੱਕ ਸ਼ਬਦ ਤੱਕ ਨਹੀਂ ਨਿਕਲਿਆ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਇਲਾਕੇ ਦੇ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਦੇ ਵਿੱਚ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਉਮਰ ਮੁਸ਼ਤਾਕ ਖਾਂਡੇ ਸਣੇ 2 ਅੱਤਵਾਦੀ ਮਾਰੇ ਗਏ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਖਾਂਡੇ ਉਹਨਾਂ ਦਹਿਸ਼ਤਗਰਦਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਇਸ ਸਾਲ ਅਗਸਤ ਦੇ ਵਿੱਚ ਪੁਲਿਸ ਦੇ ਵੱਲੋਂ ਹਿੱਟ ਲਿਸਟ ਜਾਰੀ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਬਲ ਨਿਸ਼ਾਨਾ ਬਣਾ ਰਹੇ ਸੀ। ਯੂਪੀ ਤੋਂ ਖਬਰ ਹੈ ਜਿੱਥੇ ਇੱਕ ਟਰੱਕ ਦੇ ਵਿੱਚੋਂ 7 ਕਰੋੜ ਰੁਪਏ ਦੇ ਮੋਬਾਈਲ ਲੁੱਟ ਲਏ ਗਏ। ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਿੱਚ ਕੌਮੀ ਸ਼ਾਹਰਾਹ ਉੱਤੇ ਟਰੱਕ ਦੇ ਵਿੱਚ ਸਵਾਰੀ ਬਣ ਕੇ ਚੜੇ ਬਦਮਾਸ਼ਾਂ ਨੇ
ਡਰਾਈਵਰ ਨੂੰ ਬੰਦੀ ਬਣਾ ਕੇ 7 ਕਰੋੜ ਰੁਪਏ ਦੇ ਕਰੀਬ 9000 ਮੋਬਾਈਲ ਫੋਨ ਲੁੱਟ ਲਏ। ਡਰਾਈਵਰ ਨੂੰ ਜ਼ਖਮੀ ਕਰਕੇ ਰਾਹ ਵਿੱਚ ਸੁੱਟ ਦਿੱਤਾ। ਵੱਡੀ ਵਾਰਦਾਤ ਬਾਰੇ ਪੁਲਿਸ ਸੁਪਰਡੈਂਟ ਸਿਟੀ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਓਪੋ ਮੋਬਾਈਲ ਕੰਪਨੀ ਦੇ ਮੈਨੇਜਰ ਸਚਨ ਮਾਨਵ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੇ ਵਿੱਚ ਕਿਹਾ ਹੈ ਕਿ ਫਾਰੂਖਾਬਾਦ ਜ਼ਿਲ੍ਹੇ ਦਾ ਡਰਾਈਵਰ ਮੁਨੀਸ਼ ਯਾਦਵ 5 ਅਕਤੂਬਰ ਦੀ ਸਵੇਰ ਨੂੰ ਟਰੱਕ ਦੇ ਵਿੱਚ ਮੋਬਾਈਲ ਫੋਨ ਲੈ ਕੇ ਗ੍ਰੇਟਰ ਨੋਇਡਾ ਤੋਂ ਬੰਗਲੌਰ ਦੇ ਲਈ ਰਵਾਨਾ ਹੋਇਆ ਸੀ। ਫਰਾ ਥਾਣਾ ਖੇਤਰ ਦੇ ਗਵਾਲੀਅਰ ਬਾਈਪਾਸ ਤੋਂ 2 ਵਿਅਕਤੀ ਸਵਾਰੀ ਬਣ ਕੇ ਟਰੱਕ ਵਿੱਚ ਬੈਠੇ। ਮੁਲਜ਼ਮਾਂ ਨੇ ਡਰਾਈਵਰ ਨੂੰ ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਵਿੱਚ ਸੜਕ ਤੇ ਸੁੱਟ ਦਿੱਤਾ ਤੇ ਟਰੱਕ ਸਮੇਤ ਹੀ ਫਰਾਰ ਹੋ ਗਏ। ਬੀਜੇਪੀ ਦੇ ਲੀਡਰ ਕਈ ਅਜਿਹੇ ਨੇ ਜਿਹੜੇ ਆਪਣੇ ਵਿਵਾਦਿਤ ਬਿਆਨਾਂ ਦੇ ਨਾਲ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਆਪਣੇ ਕੰਮਾਂ ਦੇ ਕਰਕੇ ਵੀ ਚਰਚਾ ਵਿੱਚ ਰਹਿੰਦੇ ਨੇ, ਜਿਨ੍ਹਾਂ ਵਿੱਚੋਂ ਇੱਕ ਨਾਮ ਹੈ ਸਾਧਵੀ ਪ੍ਰਗਿਆ ਠਾਕੁਰ। ਭੋਪਾਲ ਲੋਕ ਸਭਾ ਸੀਟ ਤੋਂ ਬੀਜੇਪੀ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਆਪਣੀ ਕਬੱਡੀ ਖੇਡਦਿਆਂ ਦੀ ਵੀਡੀਓ ਬਣਾਉਣ ਵਾਲੇ ਬੰਦੇ ਨੂੰ ਰਾਵਣ ਦੱਸਿਆ। ਉਹਨਾਂ ਨੇ ਕਿਹਾ ਕਿ ਜੋ ਵਿਅਕਤੀ ਸੰਤਾਂ ਨਾਲ ਟਕਰਾਉਂਦਾ ਹੈ ਉਸ ਦਾ ਬੁਢਾਪਾ ਤੇ ਅਗਲਾ ਜਨਮ ਖਰਾਬ ਹੋ ਜਾਂਦਾ ਹੈ। ਦਰਅਸਲ ਹਾਲ ਹੀ ਵਿੱਚ ਸਾਧਵੀ ਪ੍ਰਗਿਆ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ, ਜਿਸ ਦੇ ਵਿੱਚ ਉਹ ਕਬੱਡੀ ਖੇਡਦੀ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਭੋਪਾਲ ਦੇ ਸਿੰਧੀ ਭਾਈਚਾਰੇ ਵਾਲੇ ਉਪਨਗਰ ਸੰਤ ਨਗਰ ਦੇ ਵਿੱਚ ਦੁਸ਼ਹਿਰੇ ਦੇ ਪ੍ਰੋਗਰਾਮ ਦੌਰਾਨ ਪ੍ਰਗਿਆ ਨੇ ਕਿਹਾ ਕਿ ਪਰਸੋਂ ਮੈਂ ਆਰਤੀ ਲਈ ਗਈ ਸੀ, ਉਦੋਂ ਮੈਦਾਨ ਦੇ ਵਿੱਚ ਸਾਹਮਣੇ ਖਿਡਾਰੀ ਸੀ, ਉਹਨਾਂ ਮੈਨੂੰ ਬੁਲਾਇਆ ਤੇ ਰੇਡ ਪਾਉਣ ਦੇ ਲਈ ਕਿਹਾ। ਜਦੋਂ ਮੈਂ ਅਜਿਹਾ ਕੀਤਾ ਤਾਂ ਛੋਟੇ ਜਿਹੇ ਉਸ ਦ੍ਰਿਸ਼ ਨੂੰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਤੁਹਾਡੇ ਲੋਕਾਂ ਵਿੱਚੋਂ ਕੋਈ ਤਾਂ ਰਾਵਣ ਹੈ ਜਿਹੜਾ ਮੇਰਾ ਵੱਡਾ ਦੁਸ਼ਮਣ ਹੈ। ਭਾਰਤ ਦੀ ਅੰਡਰ 19 ਟੀਮ ਦੇ ਸਾਬਕਾ ਕਪਤਾਨ ਅਵੀ ਬਰੋਟ ਦਾ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਦੇ ਨਾਲ ਦੇਹਾਂਤ ਹੋ ਗਿਆ। ਉਮਰ ਸਿਰਫ 29 ਸਾਲ ਦੀ ਸੀ। 2019-20 ਦੇ ਸੀਜ਼ਨ ਵਿੱਚ ਸੌਰਾਸ਼ਟਰ ਦੀ ਰਣਜੀ ਟਰਾਫੀ ਜੇਤੂ ਟੀਮ ਦੇ ਮੈਂਬਰ ਬਰੋਟ ਨੇ ਆਪਣੇ ਕੈਰੀਅਰ ਵਿੱਚ ਹਰਿਆਣਾ ਤੇ ਗੁਜਰਾਤ ਟੀਮਾਂ ਦੀ ਨੁਮਾਇੰਦਗੀ ਵੀ ਕੀਤੀ ਸੀ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।